ਪੱਖ ਦੇ ਵਿੱਚੋਂ, ਪਹਿਲੂ ਦੇ ਵਿੱਚੋਂ ਆਪਾਂ ਮਸਲਾ ਲੱਭਣ ਦਾ ਯਤਨ ਕਰਾਂਗੇ। ਅਕਸਰ ਹੀ ਇੱਕ ਗੱਲ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਜਦੋਂ ਕਿਸੇ ਨੂੰ ਸੋਸ਼ਲ ਮੀਡੀਆ ਤੋਂ ਹਟਾਈਦਾ ਜਾਂ ਕਿਸੇ ਨੂੰ ਕਹੀਦਾ ਕਿ ਭਾਈ ਮੋਬਾਇਲ ਰੱਖ ਦੇ, ਜਾਂ ਕਹੀਦਾ ਕਿ ਆਹ ਜਿਹੜੀ ਆਦਤ ਹੈ ਇਹਨੂੰ ਛੱਡ ਦੇ, ਕੰਪਿਊਟਰ ਮੂਹਰੇ ਬੈਠੇ ਰਹਿਣਾ ਜਾਂ ਕੋਈ ਹੋਰ ਕੰਮ ਕਰ, ਤੇ ਉਹਦਾ ਇੱਕੋ ਇੱਕ ਸੀਰੀਅਸ ਜਿਹਾ ਰੀਜ਼ਨ ਹੁੰਦਾ ਕਿ ਯਾਰ ਹੋਰ ਕੋਈ ਸਾਧਨ ਹੀ ਹੈ ਨਹੀਂਗਾ। ਮਨੋਰੰਜਨ ਕਿਹਦੇ ਨਾਲ ਕਰੀਏ, ਆਪਣੇ ਆਪ ਨੂੰ ਇੰਟਰਟੇਨ ਕਿਵੇਂ ਕਰੀਏ? ਤੁਸੀਂ ਆਪਣੇ ਆਪ ਨੂੰ ਇੰਟਰਟੇਨ ਕਿਵੇਂ ਕਰਦੇ ਆ? ਇੱਕ ਤਾਂ ਇਹਦੇ ਬਾਰੇ ਜ਼ਰੂਰ ਦੱਸਿਓ। ਦੂਜਾ ਇਹ ਕਿ ਹਾਸਾ ਅੱਜ ਕੱਲ੍ਹ ਬਹੁਤ ਘੱਟ ਲੋਕ ਹੱਸਦੇ ਆ, ਕਿੰਨੀ ਮਰਜ਼ੀ ਹੱਸਣ ਵਾਲੀ ਗੱਲ ਹੋਵੇ, ਹਲਕੀ ਜਿਹੀ ਸਮਾਈਲ ਨਾਲ ਬੰਦਾ ਸਾਰ ਦਿੰਦਾ, ਕਿਰਸ ਸਰਫਾ ਕਰਦਾ ਹੱਸਣ ਦੇ ਮਾਮਲੇ 'ਚ। ਤੁਸੀਂ ਕੀ ਵਾਕਈ ਕਰਦੇ ਹੋ, ਜਾਂ ਤੁਹਾਡੇ ਨੇੜੇ ਤੇੜੇ ਕੋਈ ਐਸਾ ਸ਼ਖਸ ਹੈ ਜਿਹਨੂੰ ਤੁਸੀਂ ਦੇਖਦੇ ਆ ਕਿ ਗੱਲ ਤੇ ਜੋ ਹੱਸਣ ਵਾਲੀ ਗੱਲ ਉਹ ਤੇ ਬੜਾ ਖੁੱਲ ਕੇ ਠਹਾਕਾ ਮਾਰ ਕੇ ਵੱਖੀਆਂ ਫੜ ਕੇ ਹੱਸਦਾ? ਕਿੰਨਾ ਕੁ ਚਿਰ ਹੋ ਗਿਆ ਇਸ ਤਰ੍ਹਾਂ ਦੇ ਹਾਸੇ ਦੇਖੇ ਨੂੰ, ਜਾਂ ਕੌਣ ਨੇ ਤੁਹਾਡੇ ਪਰਿਵਾਰ ਦੇ ਵਿੱਚ ਜਿਹੜੇ ਇਸ ਤਰ੍ਹਾਂ ਹੱਸਦੇ ਨੇ? ਇਹਦੇ ਬਾਰੇ ਗੱਲਬਾਤ ਕਰਾਂਗੇ। ਨਾਲ ਜੁੜਦੇ ਰਾਜਕਰਮਜੀਤ ਸਿੰਘ ਜੀ ਨੂੰ। ਰਾਜਕਰਮਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ। ਹਾਂਜੀ, ਹੱਸਦੇ ਰਹਿਣਾ ਚਾਹੀਦਾ, ਹੱਸਦਿਆਂ ਦੇ ਘਰ ਵਸਦੇ। ਹੋਰ ਕਈ ਕੁਛ ਜਿਹੜੀਆਂ ਏਦਾਂ ਦੀਆਂ ਚੀਜ਼ਾਂ, ਉਦਾਹਰਨਾਂ, ਗੱਲਾਂ ਬਾਤਾਂ ਜਿਹੜੀਆਂ ਉਹ ਚੱਲਦੀਆਂ ਆ। ਹਾਂਜੀ ਹਾਂਜੀ। ਹੱਸਣਾ ਜ਼ਿੰਦਗੀ ਦੇ ਲਈ ਕਿੰਨਾ ਅਹਿਮ ਆ। ਹਾਂਜੀ। ਕੀ ਫਾਇਦੇ, ਕੀ ਨੁਕਸਾਨ ਤਾਂ ਉਦਾਂ ਵੈਸੇ ਘੱਟ ਆ, ਪਰ ਹਾਂਜੀ, ਕਿਹੜੀ ਥਾਂ ਤੇ ਹੱਸ ਲੈਣਾ ਚਾਹੀਦਾ ਤੇ ਕਿਹੜੀ ਥਾਂ ਤੇ ਹਾਸਾ ਰੋਕ ਲੈਣਾ ਚਾਹੀਦਾ ਆ, ਹਾਂਜੀ, ਉਹ ਵੀ ਜ਼ਰੂਰ ਆ। ਲਾਈਫ ਸਟਾਈਲ ਦੇ ਵਿੱਚ, ਅੱਜ ਦੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਨਾ ਬਹੁਤ ਗਵਾਚੀਆਂ ਪਈਆਂ। ਹੁਣ ਆਪਣੇ ਮਸੂਦ ਜੀ ਆਏ ਆ, ਹਾਂਜੀ, ਉਹ ਹਾਸੇ ਠੱਠੇ ਲਾਉਂਦੇ ਰਹਿੰਦੇ ਆ ਸਾਰੇ ਸਰੋਤਿਆਂ ਨੂੰ। 10 ਤੋਂ ਲੈ ਕੇ 11:30 ਪੂਰਾ ਹੱਸ। ਹਾਂ, ਫਿਰ ਸ਼ਾਮ ਨੂੰ ਜਿਹੜਾ ਉਹ ਚੱਲਦਾ। ਸੋ ਹਾਸੇ ਵਾਲੀਆਂ ਗੱਲਾਂ ਬਥੇਰੀਆਂ ਹੁੰਦੀਆਂ ਜ਼ਿੰਦਗੀ ਦੇ ਵਿੱਚ। ਇਹਦਾ ਸਰਫਾ ਨਹੀਂ ਕਰਨਾ ਚਾਹੀਦਾ। ਤੁਸੀਂ ਸ਼ੁਰੂਆਤ 'ਚ ਜਿਹੜਾ ਉਹ ਕਿਹਾ ਨਾ, ਜਿੱਥੇ ਜੀ ਸਰਫਾ ਕਰਨ ਵਾਲੀ ਉੱਥੇ ਕਰਦੇ ਨਹੀਂ ਆ, ਜਿੱਥੇ ਨਹੀਂ ਚਾਹੀਦਾ ਹੁੰਦਾ, ਜਿੱਥੇ ਸਰ ਸਕਦਾ ਜਿੱਥੇ ਸਰ ਸਕਦਾ ਹੈ ਉੱਥੇ ਆਪਾਂ ਸਾਰ ਲਈਏ ਓਦਾਂ ਹੀ। ਤੇ ਪਰ ਹੱਸਣਾ ਜਿਹੜਾ ਉਹ ਜ਼ਰੂਰ ਚਾਹੀਦਾ। ਲਾਫਟਰ ਜਿਹੜਾ ਇੱਕ ਇਮੋਸ਼ਨ ਆ ਹੱਸਣ ਵਾਲਾ, ਕਈ ਵਾਰੀ ਬੰਦਾ ਸਿੱਲੀ ਮਹਿਸੂਸ ਕਰ ਰਿਹਾ ਹੁੰਦਾ ਵੀ ਕੋਈ ਛੇੜਖਾਨੀ ਕਰੀਏ, ਕੋਈ ਸ਼ਰਾਰਤ ਕਰੀਏ, ਫਿਰ ਉਹਦੇ ਵਿੱਚੋਂ ਹਾਸਾ ਜਿਹੜਾ ਉਹ ਫੁੱਟਦਾ ਆ, ਉਹ ਨਿਕਲਦਾ ਆ। ਸੋ ਇਹ ਚੀਜ਼ਾਂ ਬਹੁਤ ਜਿਹੜੀਆਂ ਜ਼ਰੂਰੀ ਹੈ। ਵੈਸੇ ਵੀ ਸਿਹਤ ਦੀ ਜਿਹੜੀ ਹੈ, ਕਹਿੰਦੇ ਵੀ ਤੰਦਰੁਸਤੀ ਦਾ ਇੱਕ ਰਾਜ ਹੁੰਦਾ ਆ। ਜਿਹੜਾ ਬੰਦਾ ਅੰਦਰੋਂ ਖੁਸ਼ ਆ ਤੇ ਉਹ ਫਿਰ ਕਿਤੇ ਨਾ ਕਿਤੇ ਹੱਸਦਾ ਆ, ਉਹਦੇ ਚਿਹਰੇ ਤੇ ਉਹ ਰੌਣਕ ਜਿਹੜੀ ਉਹ ਨਜ਼ਰ ਆਉਂਦੀ ਆ। ਕਿਤੇ ਗਏ ਹੋ, ਕੋਈ ਬੰਦਾ ਮੁਰਝਾਇਆ ਜਿਹਾ ਹੋਵੇ ਤਾਂ ਅਗਲੇ ਨੂੰ ਕਹਿੰਦਾ ਯਾਰ ਤੂੰ ਕੀ ਇੱਥੇ ਮਾਤਮ ਛਾਇਆ ਹਨਾ, ਵੀ ਉਹ ਏਦਾਂ ਹੁੰਦਾ। ਕਈ ਵਾਰੀ ਤਾਂ ਕਿਸੇ ਦੇ ਆਉਣ ਦੇ ਨਾਲ ਹੀ ਏਦਾਂ ਖੇਲੀ ਜਾਂਦਾ ਬੰਦਾ, ਖਿੜ ਜਾਂਦਾ, ਲੈ ਵੀ ਜਿਵੇਂ ਸਵੇਰੇ ਸਵੇਰੇ ਫੁੱਲ ਹੁੰਦਾ ਹਨਾ, ਵੀ ਓਦਾਂ ਜਿਹੜੀ ਉਹ ਚੀਜ਼ ਹੈ। ਸੋ ਇਹ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ, ਜਿਹੜੇ ਹਾਸੇ ਨੂੰ ਜਿਹੜਾ ਉਹ ਲੈ ਕੇ। ਇਹਦੇ ਬਾਰੇ ਜ਼ਰੂਰ ਤੁਸੀਂ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰੋ, ਹੱਸਣ ਦੇ ਕੀ ਤਰੀਕੇ ਆ। ਕਿਉਂਕਿ ਅੱਜ ਕੱਲ ਬੰਦਾ ਸੋਚਦਾ ਵੀ ਬਹੁਤ ਤਗੜੀ ਗੱਲ ਹੋਈ ਹੋਵੇ ਤਾਂ ਹੀ ਹੱਸੀਏ। ਕੋਈ ਤਕੜਾ ਕਾਰਨ ਹੋਵੇ, ਕੋਈ ਗੱਲ ਹੋਵੇ, ਉਹ ਜੀ ਫੇਰ ਹੀ ਹੱਸੀਏ। ਸਿੱਲੀਨੈਸ ਵੀ ਚਾਹੀਦੀ ਹੈ ਜ਼ਿੰਦਗੀ ਦੇ ਵਿੱਚ ਇਹਨਾਂ ਦੀ, ਕਿਤੇ ਕਦੀ ਕਦੀ। ਇਹ ਨਹੀਂ ਅਸੀਂ ਆਲ ਦਾ ਟਾਈਮ ਤਾਂ ਨਹੀਂ ਕਹਿੰਦੇ ਵੀ ਹਰ ਟਾਈਮ ਹੀ ਜਿਹੜਾ ਉਹ ਏਦਾਂ ਜਿਹੜਾ ਉਹ ਹੋਵੇ, ਪਰ ਇਹ ਜ਼ਰੂਰੀ ਆ ਵੀ ਉਹ ਚੀਜ਼ ਆ। ਸਭ ਤੋਂ ਵੱਡੀ ਗੱਲ ਤੇ ਕਿ 2-3 ਚੀਜ਼ਾਂ ਜਿਹੜੀਆਂ ਫ੍ਰੀ ਨੇ, ਜਿਹੜੀਆਂ ਕੁਦਰਤ ਤੋਂ ਹਾਸਲ ਕਰ ਲੈਣੀਆਂ ਚਾਹੀਦੀਆਂ। ਇੱਕ ਤਾਂ ਆਕਸੀਜਨ, ਇਹ ਫ੍ਰੀ ਹੈ, ਇਹਦੇ ਲਈ ਸ਼ੁਕਰਾਨਾ ਵੀ ਕਰਨਾ ਚਾਹੀਦਾ। ਤੇ ਆਪਾਂ ਕਹਿੰਦੇ ਨਾ ਕਿ ਫਲਾਨਾ ਯੋਗਾ ਕਰ ਲਓ, ਇਹ ਕਰ ਲਓ। ਮਤਲਬ ਜਦੋਂ ਪਾਣੀ ਦਾ ਮੁੱਲ ਮਿਲ ਰਿਹਾ ਨਾ ਸਾਨੂੰ, ਤੇ ਜਦੋਂ ਆਪਾਂ ਕਿਤੇ ਵੈਂਟੀਲੇਟਰ ਤੇ ਹੋਈਦਾ, ਉਦੋਂ ਪਤਾ ਲੱਗਦਾ ਕਿ ਕਿੰਨੀ ਵੱਡੀ ਪਰਮਾਤਮਾ ਦੀ ਦੇਣ ਆ ਸਾਨੂੰ, ਹਨਾ। ਦੂਜੀ ਗੱਲ ਹੈ, ਹਾਸਾ ਵੀ ਫ੍ਰੀ ਹੈ, ਖੁਸ਼ ਰਹਿਣਾ ਵੀ ਫ੍ਰੀ ਹੈ। ਇਹਦੇ ਲਈ ਕੋਈ ਫੀਸ ਨਹੀਂ ਲੱਗਦੀ, ਇਹਦੇ ਲਈ ਕੋਈ ਕਿਤੇ ਜਾਣਾ ਨਹੀਂ ਪੈਂਦਾ, ਅਪੁਆਇੰਟਮੈਂਟ ਬਣਾਉਣ ਦੀ ਲੋੜ ਨਹੀਂ। ਗਮੀ ਤਾਂ ਦੇਖੋ, ਬੱਚੇ ਨੇ ਕੁਛ ਡੋਲਤਾ, ਘਰੇ ਕੁਛ ਹੋ ਗਿਆ, ਵੈਸੇ ਹੀ ਬੰਦਾ ਉਦਾਸ ਹੋ ਜਾਂਦਾ, ਯਾਰ ਆਹ ਕੀ ਕਰਤਾ, ਇਹ ਵੋ। ਮਤਲਬ ਖਿਜਾ ਤਾਂ ਕਿਤੇ ਹੋਰ ਹੁੰਦਾ, ਖਿਜ ਉੱਥੇ ਨਿਕਲ ਜਾਂਦੀ ਹੈ ਬੰਦੇ ਦੀ, ਹਨਾ। ਸੋ ਪਰ ਇਹ ਚੀਜ਼ ਜਿਹੜੀ ਆ ਫ੍ਰੀ ਆ। ਉਹ ਕਿਸੇ ਬੰਦੇ ਨੂੰ ਉਹ ਕਹਿੰਦਾ ਵੀ ਤੂੰ ਕਿਉਂ ਮੈਂ ਫੀਲਿੰਗ 'ਚ ਹੀ ਰਹਿਣਾ, ਉਹ ਕਹਿੰਦਾ ਇਹੀ ਤਾਂ ਭਰਾਵਾ ਫ੍ਰੀ ਹੈ। ਮਤਲਬ ਫੀਲਿੰਗ ਹੀ ਤਾਂ ਫ੍ਰੀ ਹੈ ਨਾ, ਹੋਰ ਤਾਂ ਸਾਰਾ ਕੁਛ ਪੇਡ ਹੀ ਹੈ। ਸੋ ਇਹ ਆ, ਸਹੀ ਗੱਲ ਆ। ਤੇ ਲਾਫਟਰ ਇਜ਼ ਦਾ ਬੈਸਟ ਮੈਡੀਸਨ। ਇਹ ਅਕਸਰ ਆਪਾਂ ਜਿਹੜੀ ਉਹ ਗੱਲ ਕਰਦੇ ਹਾਂ, ਕੋਟ ਵੀ ਜਿਹੜਾ ਉਹ ਹੈਗਾ ਆ, ਹਨਾ, ਵੀ ਹੱਸਦੇ ਆ ਤਾਂ ਤੁਹਾਡੇ ਕਈ ਮਰਜ਼ ਜਿਹੜੇ ਉਹ ਦੂਰ ਹੋ ਜਾਂਦੇ। ਕਈ ਚੀਜ਼ਾਂ ਜਿਹੜੀਆਂ ਆ ਉਹ ਹਟ ਜਾਂਦੀਆਂ ਆ। ਮੈਡੀਸਨ ਤੋਂ, ਦਵਾਈਆਂ ਤੋਂ ਚੰਗੀ ਚੀਜ਼ ਕਹਿੰਦੇ ਆ ਵੀ ਹੱਸਦੇ ਰਹੋ। ਖੂਨ ਕਹਿੰਦੇ ਆ ਵੀ ਵਧੀਆ ਬਣਦਾ ਆ, ਹਨਾ। 43 ਮਸਲ ਹੁੰਦੇ ਆ ਪ੍ਰਵੀਨ ਜੀ, ਜਦੋਂ ਤੁਸੀਂ ਹੱਸਦੇ ਆ ਤੇ ਤੁਹਾਡੇ ਮੂੰਹ ਦੇ ਵਿੱਚ ਆਲੇ ਦੁਆਲੇ ਉਹ ਐਕਟੀਵੇਟ ਹੋ ਜਾਂਦੇ ਆ। ਸੋ ਐਕਸਰਸਾਈਜ਼ ਵੀ ਨਾਲ ਹੀ ਕਰ ਲਈਦੀ ਆ, ਵੀ ਹੱਸਦੇ ਜਿਹੜਾ ਉਹ ਰਹਿੰਦੇ ਆ। ਸੋ ਗਾਣਾ ਵੀ ਆਇਆ ਸੀ ਨਾ, ਹੱਸਦੇ ਹੀ ਰਹਿੰਦੇ ਆ, ਹਨਾ, ਵੀ ਕੁਛ ਏਦਾਂ ਦਾ ਵੀ ਜਿਹੜਾ ਉਹ ਸੀਗਾ। ਸੋ ਜ਼ਰੂਰੀ ਆ ਵੀ ਇਹ ਸਾਰੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ, ਜਿੱਥੇ ਸੀਰੀਅਸਨੈਸ
ਸਮੇਂ ਦੇ ਹਿਸਾਬ ਦੇ ਨਾਲ ਹੂੰ, ਹੂੰ, ਚੀਜ਼ਾਂ ਹੂੰ। ਦੀ ਜਿਹੜੀ ਉਹ ਚਾਹੀਦੀ ਆ, ਹੂੰ, ਉੱਥੇ ਬੰਦੇ ਨੂੰ ਇੱਕ ਰੀਸੈਟ ਹੋਣ ਦੇ ਲਈ ਬ੍ਰੇਨ ਮੈਂਟਲ ਬ੍ਰੇਕ ਜਿਹੜੀ ਉਹ ਲੈਣ ਦੇ ਲਈ ਚਾਹੀਦੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਲਾਜ਼ਮੀ ਆ। ਹੂੰ, ਕੁਝ ਕਾਲਰ ਵੀ ਜੁੜ ਰਹੇ ਆ, ਆਪਾਂ ਉਹਨਾਂ ਦੇ ਵੀ ਵਿਚਾਰ ਲੈਣੇ ਆ। ਤੁਸੀਂ ਵੀ ਸਰੋਤੇ ਕਾਲ ਕਰ ਸਕਦੇ ਹੋ 408 272 5200। ਤਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਸਤਿ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਅੱਜ ਤੁਸੀਂ ਹੱਸਣ ਤੇ ਰੋਕ ਲਿਆਂਦਾ, ਬਹੁਤ ਵਧੀਆ ਲਿਆਂਦਾ ਹੈ। ਹਾਂਜੀ ਜੀ ਧੰਨਵਾਦ। ਹਾਂਜੀ, ਹੁਣ ਮੈਂ ਪੁੱਛਣਾ ਵਾਲੀਆਂ ਤੇ ਜਦੋਂ ਜਿੱਦਾਂ ਜੰਗ ਦੇ ਸੀ ਨਾ, 2 ਮੇਰੇ ਭਰਾ ਸੀ, ਭੈਣ ਵੀ ਆਈ ਸੀ ਤੇ ਮੈਂ ਸੀ, ਤੇ ਮੇਰੇ ਭਰਾਵਾਂ ਨੇ ਆਵਾਜ਼ ਤਜਿੰਦਰ ਜੀ ਤੁਹਾਡੀ ਹਾਂ, ਕੱਟ ਰਹੀ ਆ ਆਵਾਜ਼ ਨਾ। ਇਹ ਸਾਡੇ ਇੱਥੇ ਕਰਦੇ ਨੇ ਨਾ ਸੈਂਟਰ ਵਗੈਰਾ ਵਿੱਚ ਕੰਨੀ ਦੇ ਇੰਟਰਨੈਟ ਦੀ ਪ੍ਰੋਬਲਮ ਹੋ ਜਾਂਦੀ ਹੈ। ਇੰਟਰਨੈਟ ਦੀ ਪ੍ਰੋਬਲਮ ਲੱਗ ਰਹੀ ਆ ਅੱਜ ਹਾਂਜੀ। ਤੁਹਾਡੇ ਜਿਹੜੀ ਆ ਨਾ ਹੈਗੀ ਆ। ਤੁਸੀਂ ਏਦਾਂ ਕਰੋ, ਚਲੋ ਟਰਾਈ ਕਰੋ ਗੱਲ ਸੁਣਾਉਣ ਦੀ, ਮੈਂ ਵੇਖਨੇ ਆ ਕੀ ਹੁੰਦਾ ਆ। ਕੋਈ ਨਹੀਂ, ਹਾਂਜੀ, ਜ਼ਰੂਰ। ਮੈਨੂੰ ਕੋਸ਼ਿਸ਼ ਸੀ ਕਹਿਣਾ, ਸਾਡੇ ਦਾਦੀਆਂ ਦਾ ਸੀ, ਇਕੱਠੇ ਪਰਿਵਾਰ ਸੀ, ਤੇ ਮੇਰੇ ਭਰਾਵਾਂ ਨੇ ਕਹਿਣਾ ਤੈਨੂੰ ਕੁਛ ਕਹਿਣਗੇ, ਭੈਣ ਭਰਾ ਫਰੀ ਰਹਿਣੀ ਹੈ ਜੀ। ਇਕੱਠਾ ਪਰਿਵਾਰ ਸੀ, ਭਰਾ ਕਹਿੰਦੇ ਏਦਾਂ ਹੱਸਦੀ ਰਹਿਣੀ। ਹੱਸਦੀ ਰਹਿਣੀ ਆ। ਤੇ ਸਾਡੇ ਪੇਰੈਂਟਸ ਨੇ ਸਾਨੂੰ ਏਦਾਂ ਦਾ ਦੱਸਿਆ ਹੋਇਆ ਸੀ ਵੀ ਗੁੱਸਾ ਨਹੀਂ ਕਰਨਾ, ਠੰਡੇ ਹੋ ਕੇ ਮਿੱਠੇ ਹੋ ਕੇ ਸਭ ਨਾਲ ਬੋਲਣਾ। ਠੀਕ ਆ। ਮੈਨੂੰ ਬਹੁਤ ਹੱਸਦੇ ਆ। ਹਾਂ ਹਾਂਜੀ, ਜਿਵੇਂ ਗਾਣਾ ਹੁੰਦਾ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ। ਹਾਂਜੀ ਹਾਂਜੀ ਬਿਲਕੁਲ। ਨਹੀਂ ਠੀਕ। ਤੇ ਸਾਡੇ ਇੱਥੇ ਆਪਣੇ ਚੈਨਲ ਦੇ ਵਿੱਚ ਪਰਿਵਾਰ ਨਾਲ ਲਾਸਨਾ ਤੇ ਲੋਰ ਵੀ ਬਹੁਤ ਹੱਸਦੇ ਆ। ਏਦਾਂ ਮਾੜੀ ਜਿਹੀ ਗੱਲ ਤੇ ਮਾਸਟਰ ਜੀ ਉਹਨਾਂ ਦੇ ਭਰਾ ਚੱਲ ਜਾਈਦਾ, ਹੱਸੀ ਜਾਂਦੇ ਆ ਹੈ। ਬਹੁਤ ਹੱਸਦੇ ਹਾਂਜੀ ਹਾਕੇ ਮਾਰ ਕੇ ਹੱਸਣਾ ਹੈ। ਹਾਂਜੀ, ਅਸੀਂ 91 ਚ ਇੰਡੀਆ ਗਏ ਤੇ ਅਸੀਂ ਕਿਹਾ ਮਾਸਟਰ ਜੀ ਕੀ ਹਾਲ ਟਾਈਮ ਉੱਥੇ ਹੁੰਦੇ ਸੀ, ਹੱਸਦੇ ਕਹਿੰਦਾ ਹੋਰ ਤਾਂ ਸਾਰਾ ਕੁਝ ਠੀਕ ਹੈ, ਤੁਹਾਡੇ ਸਾਡੇ 1 ਤਾਂ 40 ਬਣਦੇ, 1 ਤੇ 40 ਬਣਦੇ ਆ। ਡਾਲਰਾਂ ਦੀ ਗੱਲ ਕਰਦੇ ਸੀਗੇ। ਸਹੀ ਹੈ। 1 ਤਾਂ 40 ਨਹੀਂ ਬਣਦੇ, ਬੜਾ ਹੀ ਹੱਸਦੇ ਨੇ। ਹੁਣ ਵੀ ਇੱਥੇ ਫੈਮਲੀਆਂ ਰਹਿੰਦੀਆਂ ਨੇ, ਅਸੀਂ ਮਿਲਦੇ ਵਰਤਦੇ ਆ। ਜੀ ਜੀ। ਸੋ ਧੰਨਵਾਦ ਤਜਿੰਦਰ ਜੀ। ਤੁਸੀਂ ਟਰਾਈ ਕਰਿਓ ਮੁੜ ਕੇ ਦੁਬਾਰਾ ਕਾਲ ਕਰਨ ਦੀ, ਹੋ ਸਕਦਾ ਲਾਈਨ ਜਿਹੜੀ ਉਹ ਬੈਟਰ ਕਨੈਕਟ ਹੋਵੇ, ਤਾਂ ਜੋ ਆਪਾਂ ਨੂੰ ਗੱਲ ਜਿਹੜੀ ਆ ਬਾਕੀ ਅਸੀਂ ਵੀ ਤੇ ਬਾਕੀ ਵੀ ਜਿਹੜੇ ਉਹ ਸਹੀ ਢੰਗ ਦੇ ਨਾਲ ਜਿਹੜੇ ਉਹ ਸੁਣ ਸਕਣ। ਥੈਂਕ ਯੂ ਮਿਹਰਬਾਨੀ ਉਹਦਾ ਕਾਲ ਕਰਨ ਦੇ ਲਈ। ਟਰਾਈ ਕਰਿਓ ਮੁੜ ਦੁਬਾਰਾ ਕਾਲ ਕਰਨ ਦੇ ਲਈ। ਨੰਬਰ 408 272 5200। ਆਕਾਸ਼ਦੀਪ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਵਿਸ਼ੇ ਅੱਜ ਕਿਤੇ ਆਪਣੇ ਹੱਸਦੇ ਕਿਉਂ ਨਹੀਂ ਉਹਦੇ ਪਿੱਛੇ ਕਾਰਨ ਕੀ? ਤੁਹਾਡੀ ਆਵਾਜ਼ ਵੀ ਜਿਹੜੀ ਉਹ ਕੱਟ ਰਹੀ ਆ, ਪਤਾ ਨਹੀਂ ਕੀ ਚੱਕਰ ਹੈਗਾ ਆ। ਦੁਬਾਰਾ ਪੁੱਛੋ ਕੀ ਕਹਿ ਰਹੇ ਸੀਗੇ ਤੁਸੀਂ? ਹੈਲੋ। ਹਾਂਜੀ ਜੀ ਜੀ। ਅਸੀਂ ਮੈਂ ਕਹਿੰਦੇ ਸੀ ਕਿ ਆਪਣੇ ਹੱਸਦੇ ਅੱਜ ਕੱਲ ਆਪਾਂ ਹੱਸਦੇ ਕਿਉਂ ਨਹੀਂ? ਹੱਸਦੇ ਕਿਉਂ ਨਹੀਂ ਇੰਨੇ? ਹਾਂਜੀ ਹਾਂਜੀ, ਇਹਦਾ ਕਾਰਨ ਇਹ ਹੈ ਕਿ ਆਪਾਂ ਆਪਣੇ ਗੋਲ ਸੈੱਟ ਕਰ ਲਏ। ਮੈਂ ਜਦੋਂ ਇਹ ਚੀਜ਼ ਅਚੀਵ ਕਰੂੰਗਾ ਤੇ ਮੈਂ ਹੱਸੂੰਗਾ। ਹਾਂਜੀ ਜੀ 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 ਜੀ। ਆਪਾਂ ਆਪਣੀ ਖੁਸ਼ੀਆਂ ਬੰਨ ਲਈਆਂ ਕਿ ਮੈਂ ਇਹਨੂੰ ਗੱਡੀ ਲਵਾਂਗਾ, ਖੁਸ਼ ਹੋਊਂਗਾ, ਮੈਂ ਘਰ ਲਵਾਂਗਾ, ਮੈਂ ਖੁਸ਼ ਹੋਊਂਗਾ। ਫਿਰ ਆਪਾਂ ਜਦ ਨਹੀਂ ਬੋਲਦੇ ਹਾਂ ਮੰਜ਼ਿਲ ਵੱਲ, ਆਪਾਂ ਖੁਸ਼ ਹੁੰਦੇ ਕਿ ਜਿਹੜੀ ਸਫਰ ਆ ਮੰਜ਼ਿਲ ਆ ਉਹਨੂੰ ਆਪਾਂ ਖੁਸ਼ ਨਹੀਂ ਹੈਗੇ। ਬਾਕੀ ਇਹਨਾਂ ਕਰਕੇ ਮਨ ਖੁਸ਼ ਨਹੀਂ ਰੱਖਦਾ। ਜੀ ਜੀ ਹਾਂਜੀ ਜੀ। ਥੈਂਕ ਯੂ ਆਕਾਸ਼ ਜੀ, ਮਿਹਰਬਾਨੀ। ਥੈਂਕ ਯੂ ਜੀ। ਸੋ ਮੈਨੂੰ ਲੱਗਦਾ ਕੁਝ ਲਾਈਨਸ ਦੇ ਵਿੱਚ ਜਿਹੜੀ ਕੋਈ ਦਿੱਕਤ, ਚਲੋ ਕੋਈ ਗੱਲ ਨਹੀਂ, ਬਾਕੀ ਉਹਨੂੰ ਆਪਾਂ ਸੈੱਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦੇ। ਬਾਕੀ ਇਹ ਤਾਂ ਜਿਹੜੀ ਜ਼ਰੂਰੀ ਇਹਨਾਂ ਨੇ ਗੱਲ ਜਿਹੜੀ ਕੀਤੀ, ਪੁਆਇੰਟ ਜਿਹੜਾ ਵਿੱਚੋਂ ਨਿਕਲਿਆ ਉਹ ਇਹ ਆ ਵੀ ਆਪਾਂ ਖੁਸ਼ ਹੋਣ ਦੇ ਲਈ ਨਾ ਆਪਣੇ ਮਾਪਦੰਡ ਬਹੁਤ ਉੱਚੇ ਕਰ ਲਏ। ਗੱਡੀ ਲਵਾਂਗੇ, ਘਰ ਲਵਾਂਗੇ, ਫਿਰ ਖੁਸ਼ ਹੋਵਾਂਗੇ। ਉਹ ਨਹੀਂ ਭਾਈ, ਜਦੋਂ ਇੱਕ ਦੂਜੇ ਦੇ ਆਪਾਂ ਦੇਖਦੇ ਸੀ ਨਾ ਡਿੱਗ ਪੈਂਦਾ ਹੁੰਦਾ ਸੀ, ਉਹ ਤਾਂ ਬਾਅਦ ਚ ਖਿਆਲ ਆਉਂਦਾ ਵੀ ਸੱਟ ਤਾਂ ਲੱਗੀ ਹੋਵੇ, ਪਰ ਪਹਿਲਾਂ ਹਾਸਾ ਨਿਕਲਦਾ ਹੁੰਦਾ ਸੀਗਾ ਵੀ ਆਹ ਜਿਹੜੀ ਕੀ ਗੱਲ ਹੋਈ। ਉਹ ਕਹਿੰਦੇ ਵੀ ਕਿਸੇ ਦੇ ਡਿੱਗੇ ਦੇ ਹੱਸਣਾ ਨਹੀਂ ਚਾਹੀਦਾ, ਪਰ ਇੱਕ ਕੁਦਰਤੀ ਇੱਕ ਇਹ ਜਿਹੜੀਆਂ ਚੀਜ਼ਾਂ, ਉਹ ਨਿਆਣੇ ਆ, ਛੋਟੀਆਂ ਗੱਲਾਂ, ਕਿਊਟ ਗੱਲਾਂ ਜਦੋਂ ਕਰਦੇ ਆ, ਉਦੋਂ ਹੱਸਣ ਜਿਹੜਾ ਉਹ ਲੱਗ ਜਾਈਦਾ। ਅੱਜ ਕੱਲ ਆਪਾਂ ਸੀਰੀਅਸਨੈਸ ਵਾਰਡ ਹੀ ਇੰਨੀ ਲਈ ਹੈ ਬਹੁਤ ਜ਼ਿਆਦਾ ਜ਼ਿੰਦਗੀ ਦੇ ਵਿੱਚ। ਆਪਾਂ ਸੀਰੀਅਸਨੈਸ ਇਦਾਂ ਵਾਰਡ ਲਈ ਆ ਵੀ ਰਹਿ ਰੱਬ ਦਾ ਨਾਂ, ਉਹਦੇ ਕਰਕੇ ਸਟ੍ਰੈਸ ਵਧਾਇਆ ਹੈ। ਹੱਸਦੇ ਰਹੋ ਤਾਂ ਕਹਿੰਦੇ ਤੁਹਾਡੀ ਸਿਹਤ ਲਈ ਵੀ ਬੜਾ ਵਧੀਆ। ਮਨ ਨੂੰ ਵੀ ਹਟ ਗਏ ਨਾ ਚੀਜ਼ਾਂ, ਮਤਲਬ ਮੀਂਹ ਆਇਆ ਕਿ ਖੁਸ਼ ਹੁੰਦੇ ਸੀ। ਇੱਥੇ ਹੁਣ ਕਹਿੰਦੇ ਓਹੋ ਰੋਡ ਗਿੱਲੀ ਹੋ ਗਈ, ਕਾਰ 'ਚ ਬੈਠੇ ਨੂੰ ਕੋਈ ਲੱਗਣਾ ਨਹੀਂ, ਕੁਛ ਨਹੀਂ, ਮਤਲਬ ਰੋਡ ਗਿੱਲੀ ਹੋ ਗਈ, ਕੱਚਾ ਨਹੀਂ ਥਾਂ ਵੀ ਤਿਲਕ ਜਾਣਾ, ਫਿਰ ਵੀ ਉਹਨੂੰ ਵਿਪਤਾ ਮੰਨਦੇ। ਆਪਾਂ ਹਰ ਇੱਕ ਚੀਜ਼ ਨੂੰ ਹੁਣ ਸਮੱਸਿਆ ਹੀ ਮੰਨ ਕੇ ਬੈਠੇ ਆ। ਚੀਜ਼ਾਂ ਚੋਂ ਖੁਸ਼ੀ ਜਿਹੜੀ ਉਹ ਕੱਢਣ ਦੀ ਆਪਾਂ ਕਲਾ ਗਵਾ ਲਈ ਆ। ਹਾਂਜੀ, ਏਦਾਂ ਲੱਗਦਾ ਵੀ ਉਹ ਆਪਾਂ ਕਲਾ ਜਿਹੜੀ ਉਹ ਗਵਾ ਲਈ ਆ। ਕਈ ਆਪਣੇ ਆਲੇ ਦੁਆਲੇ ਵੀ ਜਦੋਂ ਆਪਾਂ ਗੱਲਾਂ ਕਰਦੇ ਹੁੰਦੇ ਨਾ, ਕਦੀ ਕੋਈ ਅਜਿਹੀ ਗੱਲ ਕਰੂਗਾ ਉਹਦੇ ਤੇ ਆਪ ਨੂੰ ਕਈ ਵਾਰੀ ਨਹੀਂ ਵੀ ਹਾਸਾ ਆਉਂਦਾ ਕਿ ਯਾਰ ਦੂਜਾ ਬੰਦਾ ਪਤਾ ਨਹੀਂ ਕਿੱਦਾਂ ਹੱਸੀ ਜਾਂਦਾ, ਹਨਾ।
ਪਰ ਉਹ ਗੱਲ ਨੂੰ ਮਾਣ ਗਿਆ ਸੀ, ਉਹ ਗੱਲ 'ਚ ਆਨੰਦ ਮਾਣ ਗਿਆ, ਆਨੰਦ ਮਾਣ ਗਿਆ, ਆਨੰਦ ਹਾਂਜੀ। ਮਾਣ ਗਿਆ ਹਨਾ। ਅਗਲਾ ਕਹਿੰਦਾ ਮੈਂ ਤਾਂ ਬਾਡੀ ਕਰਨੀ ਹੈ ਰਿਲੈਕਸ, ਹਾਂ ਕਹਿੰਦੇ ਵੀ ਇਹਦੇ ਨਾਲ ਬਾਡੀ ਵੀ ਰਿਲੈਕਸ ਹੁੰਦੀ ਹੱਸਣ ਨਾਲ, ਹਾਂਜੀ ਇਮਿਊਨ ਸਿਸਟਮ ਵੀ ਤਗੜਾ ਤੁਹਾਡਾ ਰਹਿੰਦਾ ਆ। ਹੂੰ ਐਂਡੋਰਫਿਨਸ ਜਿਹੜੇ ਇੱਕ ਕੈਮੀਕਲ ਆ ਹਾਂਜੀ ਉਹ ਰਿਲੀਜ਼ ਕਰਦਾ ਆ ਹੂੰ, ਲਾਫਟਰ, ਉਹ ਹੀ ਸਰੀਰ ਨੂੰ ਜਿਹੜਾ ਆ ਇਵੈਂਚੁਅਲੀ ਰਿਲੈਕਸ ਕਰਦਾ ਹੈ। ਉਹ ਸਰੀਰ ਦੇ ਫੀਲ ਗੁੱਡ ਕੈਮੀਕਲ ਮੰਨੇ ਜਾਂਦੇ ਹਾਂਜੀ। ਸੋ ਫੀਲ ਗੁੱਡ ਕੈਮੀਕਲ ਲੈਣ ਦੇ ਲਈ ਅੱਜ ਕੱਲ ਲੋਕੀ ਨਸ਼ਾ ਕਰਦੇ ਆ, ਨਹੀਂ ਤਾਂ ਅੱਗੇ ਬੰਦੇ ਹੱਸ ਕੇ। ਹੁਣ ਆਪਾਂ ਕਈ ਵਾਰੀ ਉੱਥੇ ਦੇਖਦੇ ਆ ਨਾ ਜੀ। ਪਾਰਕਾਂ ਦੇ ਵਿੱਚ ਹਾਂਜੀ ਬਜ਼ੁਰਗ ਸਵੇਰੇ ਜਾਂ ਸ਼ਾਮ ਨੂੰ ਹੂੰ। ਉਹ ਹੱਸਣਦੇ ਹੁੰਦੇ ਆ, ਉਹਨਾਂ ਦੇ ਲਾਫਟਰ ਕਲੱਬ ਬਣੇ ਆ, ਹਾਂਜੀ ਹੱਸੀ ਜਾਂਦੇ ਹੱਸੀ ਹੁੰਦੇ ਆ। ਹਾਂਜੀ। ਬੰਦਾ ਦੂਰੋਂ ਦੇਖ ਕੇ ਪਰੇਸ਼ਾਨ ਹੁੰਦੇ ਹੁੰਦਾ ਵੀ ਇਹਨਾਂ ਨੂੰ ਪਤਾ ਨਹੀਂ ਪਤਾ ਨੀ ਕੀ ਹੋ ਗਿਆ। ਕੀ ਹੋ ਗਿਆ ਆ, ਹਾਂਜੀ। ਪਰ ਉਹ ਆਪਣੇ ਵੱਲੋਂ ਇੱਕ ਕਹਿ ਲਓ ਵੀ ਅਭਿਆਸ ਕਰ ਰਹੇ ਆ ਹੂੰ, ਸਰੀਰ ਨੂੰ ਤੰਦਰੁਸਤ ਜਿਹੜਾ ਆ ਉਹ ਹਾਂਜੀ ਰੱਖਣ ਦੇ ਲਈ। ਤੇ ਐਕਸਰਸਾਈਜ਼ ਤਾਂ ਹੁੰਦੀ ਹੈ, ਕੈਲੋਰੀਜ਼ ਵੀ ਬਰਨ ਕੀਤੀਆਂ ਜਾਂਦੀਆਂ ਆ। ਹੂੰ ਸੋ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 408272 5200 ਇਸ ਨੰਬਰ ਦੇ ਉੱਤੇ ਕਾਲ ਕਰੋ। ਟਰਾਈ ਕਰਦੇ ਆ ਜੀ ਵਾਰੀ-ਵਾਰੀ ਸਰ ਹਾਂਜੀ ਕਾਲ ਬਿਲਕੁਲ। ਲੈਣ ਦੀ, ਹੋਪਫੁਲੀ ਜਿਹੜੀ ਟੈਕਨੀਕਲ ਪ੍ਰੋਬਲਮ ਆ ਉਹ ਹੱਲ ਨਾ ਹੋਈ ਹੀ ਹੋਵੇ। ਆਵੇ। ਤੇ ਪ੍ਰਗਟ ਸਿੰਘ ਜੀ, ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸਤਿ ਸ਼੍ਰੀ ਸ਼੍ਰੀ ਅਕਾਲ ਅਕਾਲ ਜੀ। ਗਾਣਾ ਵਜਾਉਣਾ ਬਹੁਤ ਨਕਲਾਂ ਸਾਰੀਆਂ ਮਿਸ ਹੁੰਦੀਆਂ ਜਾਂਦੀਆਂ। ਨਕਲੀ ਮਾਲ ਆ ਗਿਆ, ਚਰਖੇ ਵੀ ਸੱਭਿਆਚਾਰ ਵੀ ਨਕਲੀ ਆ ਗਿਆ। ਪਹਿਲਾਂ ਗਾਣੇ ਹੁੰਦੇ ਤੇਰੇ ਹੱਸਿਆ ਖੇਡਣਾ ਫੁੱਲ ਝੜੀਆਂ ਨਹੀਂ, ਇੱਕ ਵਾਰੀ ਹੱਸ ਕੇ ਤੇ ਵਿਖਾ। ਹੱਸ ਕੇ ਦਿਖਾ ਜੀ ਜੀ ਚਿੱਟੇ ਦੰਦ ਹੱਸਣੋਂ ਨਾ ਰਹਿੰਦੇ ਲੋਕੀ ਭੈੜੇ ਸ਼ੱਕ ਕਰਦੇ ਹਾਂਜੀ। ਆ ਹਨਾ। ਜੀ 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 ਹੁਣ ਸਾਡੇ ਕਲਚਰ ਚ ਤੇ ਇਹਨਾਂ ਦੇ ਬੜਾ ਫਰਕ ਆ। ਵੈਸੇ ਤੇ ਸਾਡਾ ਸਭ ਤੋਂ ਅੱਛਾ ਹੁੰਦਾ ਪਤਾ ਨਹੀਂ ਕੀ ਰਹਿਣ ਲੱਗਦਾ ਜਾਂਦਾ। ਹੂੰ ਵੇਖੋ ਇਹ ਲੋਕ ਪਹਿਲਾਂ ਹੱਸਦੇ ਆ, ਫੇਰ ਬੰਦੇ ਚੱਲ ਵੇਖਦੇ ਆ। ਅਸੀਂ ਲੋਕ ਪਹਿਲਾਂ ਬੰਦੇ ਦੀ ਫੋਟੋ ਲਾਉਂਦੇ ਆ, ਪੂਰਾ ਵੇਖਦੇ ਤੇ ਫੇਰ ਹੱਸਦੇ ਆ। ਜੀ ਇੰਨਾ ਹੀ ਹਾਸੇ ਦਾ ਫਰਕ ਆ। ਹਾਂਜੀ ਜੀ ਜੀ। ਤੇ ਜਦੋਂ ਤੁਸੀਂ ਇੱਕ ਦੂਜੇ ਬੋਲਣ ਕਿਸੇ ਨੂੰ ਹੱਸਦੇ ਪਏ ਨੇ, ਤੁਹਾਡਾ ਕੁਦਰਤੀ ਤੁਹਾਡਾ ਸੁਭਾਅ ਅੰਦਰੋਂ ਖੇਡਣਾ ਸ਼ੁਰੂ ਹੋ ਜਾਂਦਾ। ਧੰਨਵਾਦ ਜੀ। ਹਾਂਜੀ ਬਿਲਕੁਲ ਜੀ, ਬਿਲਕੁਲ ਸਹੀ ਹੈ। ਇਹ ਅਕਸਰ ਆਖਿਆ ਵੀ ਜਾਂਦਾ ਨਾ ਗ੍ਰੀਟ ਕਰਨ ਵੇਲੇ ਲੋਕ ਸਮਾਈਲ ਦਿੰਦੇ ਆ, ਹੱਸ ਕਰ। ਅੰਦਰੋਂ ਖੁਸ਼ੀ ਹੋਣੀ ਚਾਹੀਦੀ ਆ ਕਿਸੇ ਨੂੰ ਮਿਲਣ ਦੀ। ਮਨ ਦੇ ਵਿੱਚ ਜੇ ਤੁਸੀਂ ਨੈਗੇਟਿਵ ਖਿਆਲਾਤ ਲੈ ਕੇ ਤੁਰੇ ਫਿਰਦੇ ਆ, ਫਿਰ ਉਹ ਤੁਹਾਡੇ ਚਿਹਰੇ ਤੇ ਝਲਕਦੇ ਨੇ ਤੇ ਉਸ ਹਿਸਾਬ ਦੇ ਨਾਲ ਤੁਹਾਡੇ ਸੁਭਾਅ ਚੋਂ ਜਿਹੜੇ ਉਹ ਝਲਕਣ ਲੱਗ ਜਾਂਦੇ। ਉਹ ਨਹੀਂ ਹੋਣਾ ਚਾਹੀਦਾ। ਖੁਸ਼ੀ ਹੋਣੀ ਚਾਹੀਦੀ। ਹੋ ਜਾਂਦੀ ਪਹਿਲਾਂ ਤਾਂ ਪਰਮਾਨੈਂਟ ਹੀ ਹੁੰਦੇ ਆ, ਵੇਖਣ ਚ ਤਾਂ ਲੱਗਦੇ ਕਿ 1 ਘੰਟਾ 2 ਘੰਟੇ ਬੰਦੇ ਦਾ ਮੂਡ ਹੈ, ਫਿਰ ਉਹ ਹੌਲੀ ਹੌਲੀ 24 ਘੰਟੇ ਚ ਹੀ ਪੱਕਾ ਪਰਮਾਨੈਂਟ ਹੋ ਜਾਂਦਾ, ਆਦਤਾਂ ਦੇ ਵਿੱਚ ਹੀ ਬਦਲ। ਹਾਂ ਉਹ ਆਦਤਾਂ ਚ ਜਿਹੜਾ ਉਹ ਬਦਲ ਜਾਂਦਾ ਆ। ਸੋ ਇਹ ਕਈ ਵਾਰੀ ਕਿਤੇ ਨਾ ਰਿਸ਼ਤੇ ਦੇ ਵਿੱਚ ਕੋਈ ਟੈਨਸ਼ਨ ਬਣੀ ਹੋਵੇ, ਹਾਂਜੀ ਕੋਈ ਦੋਸਤ ਮਿੱਤਰ ਵੀ ਲੜੇ ਵੀ ਹੋਣ, ਹਾਂਜੀ ਕੋਈ ਹਾਸੇ ਵਾਲੀ ਗੱਲ ਦੇ ਉੱਤੇ ਫਿਰ ਇਕੱਠੇ ਹੋ ਜਾਂਦੇ। ਹਾਂ ਰਿਸ਼ਤੇਦਾਰੀ ਚ ਵੀ ਇਦਾਂ ਹੀ ਹੁੰਦਾ ਹਾਂਜੀ ਰੋਸੇ ਦੂਰ ਹੁੰਦੇ। ਰੋਸੇ ਦੂਰ ਕਰਨ ਵਾਲੀ ਜਿਹੜੀ ਇਹ ਮਰਜ਼ ਹੈਗੀ ਹੈ, ਇਹ ਦਵਾ ਹੈ। ਬਿਲਕੁਲ ਇਹ ਡਿਸਐਗਰੀਮੈਂਟਸ ਨੂੰ ਜਿਹੜਾ ਉਹ ਇਕੱਠਿਆ ਕਰਨ ਦੇ ਲਈ ਕਰਦੀ ਹੈ। ਇਹ ਜ਼ਰੂਰੀ ਆ। ਇਹ ਚੀਜ਼ਾਂ ਬੜੀ ਪਾਵਰਫੁਲ ਤਾਕਤਵਰ ਚੀਜ਼ ਆ ਜੀ ਜੀ ਵੀ ਜੇ ਇਸ ਨੂੰ ਸਹੀ ਢੰਗ ਦੇ ਨਾਲ ਆਪਾਂ ਜਿਹੜਾ ਆ ਉਹ ਵਰਤਦੇ ਜਿਹੜੇ ਹੋ ਰਹੀਏ। ਸੋ ਇਹ ਜ਼ਰੂਰੀ ਆ। ਆਪਣੇ ਅਗਲੇ ਕਾਲਰ ਨੇ ਜੀ ਸੁਖਦੇਵ ਜੀ। ਸਤਿ ਸ਼੍ਰੀ ਅਕਾਲ ਜੀ। ਸੁਖਤੇਜ ਬੋਲਦਾ ਜੀ। ਸੁਖਤੇਜ ਜੀ। ਜੀ ਜੀ ਭਾਜੀ ਹੱਸਦੇ ਤਾਂ ਆਪਣੇ ਗਵਾਚ ਗਏ, ਪਤਾ ਕਿਉਂ? ਕਿਉਂਕਿ ਅਸੀਂ ਦੌੜ ਲਾ ਲਈ ਇੱਕ ਜੀ। ਠੀਕ ਹੈ। ਉਹਦੇ ਚ ਸਾਰੇ ਰਿਸ਼ਤੇਦਾਰ, ਸਾਰੇ ਦੋਸਤ ਮਿੱਤਰ ਉਹਦੇ ਵਿੱਚ ਹੀ ਦੌੜੇ ਜਾਂਦੇ ਆ ਵੀ ਹਰ ਮੋਰੇ ਨਿਕਲ ਜਾਣਾ। ਜੀ ਠੀਕ ਹੈ ਨਾ, ਕਿਉਂਕਿ ਸੋਸ਼ਲ ਗੈਦਰਿੰਗ ਘੱਟ ਹੋ ਗਈ ਸਾਰਿਆਂ ਦੀ। ਕੋਈ ਮਿਲਦਾ ਨਹੀਂ, ਨਾ ਕਿਸੇ ਨੂੰ ਕੋਈ ਮਿਲ ਕੇ ਆ ਰਹੀ ਜੀ। ਕੁਦਰਤ ਵੱਲੋਂ ਇਹ ਗੱਲ ਪਤਾ ਨਹੀਂ ਕੋਈ ਕੀ ਚੱਕਰ ਹੋ ਗਿਆ। ਤੁਸੀਂ ਜੇ ਨੋਟ ਜੋ ਪਹਿਲਾਂ ਸੀ ਉਹ ਹੁਣ ਨਹੀਂ, ਜੋ ਹੋਣੇ ਉਹ ਬਾਅਦ ਚ ਰਹਿਣਾ। ਤੇ ਦੂਜੀ ਗੱਲ ਇਹ ਹੋਈ ਜਦੋਂ ਅਸੀਂ ਕੋਵਿਡ ਹੋ ਕੇ ਹਟੀ ਆ, ਲੋਕਾਂ ਨੇ ਕਿੰਨਾ ਕੁਛ ਸਿੱਖ ਲਿਆ। ਹਾਂ ਜੀ 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 ਜੀ। ਕੋਵਿਡ ਤੋਂ ਪਹਿਲਾਂ ਦੇਖੋ ਮਾਹੌਲ ਕਿੱਦਾਂ ਹੁੰਦਾ ਸੀ ਨਾ, ਜਦੋਂ ਕੋਵਿਡ ਹੋ ਗਈ ਸਾਰੇ ਇਕੱਲੇ ਕਹਿਣ ਲੱਗ ਗਏ। 2 ਸਾਲ ਉਹਦੇ ਵਿੱਚ ਲੰਘਿਆ ਤੇ ਉਹਦੇ ਵਿੱਚ ਬਹੁਤ ਵੱਡਾ ਲੈਸਨ ਇੱਕ ਉਹ ਦੇ ਗਈ ਆ ਕਿ ਨਹੀਂ ਚਲੋ ਜੇ ਨਹੀਂ ਵੀ ਆਪਾਂ ਇਕੱਠੇ ਰਹਿ ਸਕਦੇ, ਇਕੱਲਿਆਂ ਦਾ ਵੀ ਕੰਮ ਕਰ ਜਾਂਦਾ। ਪਰ ਭਾਜੀ ਜ਼ਿੰਦਗੀ ਵਿੱਚ ਇਕੱਲਾਪਨ ਕਦੇ ਵੀ ਕਾਮਯਾਬ ਨਹੀਂ ਹੁੰਦਾ ਜੀ। ਬਿਲਕੁਲ ਸਹੀ। ਜਿਹੜੇ ਤੁਹਾਡੇ ਹਾਸੇ ਆ ਨਾ, ਜਿੱਦਾਂ ਹੁਣ ਤੁਸੀਂ ਦੱਸਦੇ ਸੀ, ਉਹ ਇੱਕ ਪਤਾ ਨਹੀਂ ਸੁਣਦਾ ਨਹੀਂ ਚੰਗੀ ਤਰ੍ਹਾਂ ਤੁਹਾਡੀ ਲਾਈਨ, ਪਤਾ ਨਹੀਂ ਕੀ ਗੱਲ ਹੈ। ਤੇ ਜਿਹੜੇ ਹਾਸੇ ਨਾ ਜ਼ਿੰਦਗੀ ਦੇ, ਇਹ ਤਾਂ ਭਾਜੀ ਦੇਖੋ ਜਿਹੜੇ ਇਹ ਲੋਕ ਆ ਨਾ, ਕਿਸੇ ਨੂੰ ਗਰੀਬ ਕਰਦੇ ਆ, ਚਾਹੇ ਦੁਖੀ ਹੋਣ ਚਾਹੇ ਖੁਸ਼ ਹੋਣ, ਇਹਨਾਂ ਨੇ ਉਹ ਭਰਾ ਸਾਰੇ ਹੱਸਣਾ ਜੀ ਜੀ ਜੀ। ਪਰ ਸਾਡੇ ਉਹ ਚੀਜ਼ ਆਉਂਦੀ ਹੀ ਨਹੀਂ। ਟਰਾਈ ਵੀ ਕਰੀਏ ਲੈ ਕੇ ਆਉਣ ਸਾਰੇ, ਪਰ ਅਸੀਂ ਲਿਆ ਹੀ ਨਹੀਂ ਸਕਦੇ ਉਹ ਚੀਜ਼। ਸਾਡੇ ਉਹ ਬੱਚੇ ਜਿੱਦਾਂ ਆਪਾਂ ਕਹਿ ਦਈਏ ਕਿ ਸਾਡੇ ਬੇਟੀ ਹੈ ਨਹੀਂ ਉਹ
ਨਹੀਂ ਜੇ ਆਪਾਂ ਸੋਚਾਂਗੇ ਫਿਰ ਤਾਂ ਲਿਆ ਸਕਦੇ ਹਾਂਜੀ, ਆ, ਹਾਂਜੀ। ਆਪਾਂ ਨਿਰਾਸ਼ਾਵਾਦੀ ਨਾ ਕਿਉਰ ਚੱਲੀਏ। ਕੀਤਾ ਜਾ ਸਕਦਾ ਹੈ। ਹਾਂ, ਇਹ ਚੀਜ਼ ਨੂੰ ਐਡ ਆਪਾਂ ਕਰ ਸਕਦੇ ਆ। ਹਾਂਜੀ। ਜੇ ਮਾੜੇ ਵਾਲੇ ਪਾਸੇ ਨੂੰ ਗਿਆ ਤਾਂ ਬੰਦਾ ਦੁਬਾਰਾ ਚੰਗੇ ਵਾਲੇ ਪਾਸੇ ਨੂੰ ਜਾ ਹਾਂਜੀ, ਸਕਦਾ। ਹਾਂਜੀ। ਸੋ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਹਾਂ, ਟਰਾਈ ਕਰਦੇ ਹਾਂ ਵੀ ਇਹ ਜਿਹੜਾ ਸਾਡਾ ਫੋਨ ਵਾਲਾ ਸਿਸਟਮ ਆ ਉਹ ਥੋੜਾ ਉਨੀ ਦੇਰ ਤੱਕ ਸੈੱਟ ਜਿਹੜਾ ਉਹ ਹੋਵੇ, ਤੇ ਬਾਕੀ ਹਾਸੇ ਦੀਆਂ ਜਿਹੜੀਆਂ ਉਹ ਗੱਲਾਂ ਆ, ਕਿੱਦਾਂ ਹਾਸੇ ਨੂੰ ਆਪਾਂ ਹੋਰ ਵਧਾ ਸਕਦੇ ਆ ਜੀ, ਕਿ ਹਾਸਾ ਪੈਦਾ ਕਿਵੇਂ ਕਰ ਸਕਦੇ ਹਾਂ ਨਾ, ਵੀ ਉਹ ਕਿਹੜੀਆਂ ਚੀਜ਼ਾਂ ਤੁਹਾਨੂੰ ਕੀ ਇਹਦੇ ਵਿੱਚ ਇਹਦੇ ਨਾਲ ਫਾਇਦਾ ਨੁਕਸਾਨ ਕੁਛ ਵੀ ਜਿਹੜਾ ਹੋਇਆ, ਕਿਤੇ ਹਾਸੇ ਵਾਲੀ ਗੱਲ ਵੀ ਹੋਵੇ ਕੋਈ, ਉਹ ਵੀ ਸਾਂਝੀ ਕਰ ਸਕਦੇ ਆ। 408 272 5200 ਇੱਕ ਬ੍ਰੇਕ ਤੋਂ ਬਾਅਦ ਮਿਲਦੇ ਆ।
ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਬ੍ਰੇਕ ਤੋਂ ਪਾਰ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕਦੀ ਕਦੀ ਏਦਾਂ ਹੁੰਦਾ ਹੈ ਪ੍ਰਵੀਨ ਜੀ ਵੀ ਬੰਦਾ ਸੋਚਦਾ ਕੁਛ ਆ, ਹੁੰਦਾ ਕੁਛ ਆ, ਇਹੀ ਕੁਦਰਤ ਆ। ਹਾਂਜੀ, ਇਹ ਜਿੱਦਾਂ ਕਹਿੰਦੇ ਨਾ ਵੀ ਉਹਦੇ ਕਹੇ ਬਗੈਰ ਪੱਤਾ ਵੀ ਨਹੀਂ ਹਿਲਦਾ, ਤੇ ਬੰਦਾ ਸੋਚਦਾ ਕੁਛ ਆ, ਪਰ ਚਲੋ ਕਈ ਵਾਰੀ ਟੈਕਨੀਕਲ ਫਾਲਟ ਵੀ ਜਿਹੜੇ ਉਹ ਆ ਜਾਂਦੇ, ਸਾਡੇ ਹੱਥ ਵੱਸ ਉਹ ਚੀਜ਼ ਨਹੀਂ ਵੀ ਰਹਿੰਦੀ, ਪਰ ਫਿਰ ਵੀ ਚਲੋ ਆਪਾਂ ਟਰਾਈ ਕਰਦੇ ਆ ਗੱਲਬਾਤ ਜਿਹੜੀ ਆ ਮੁੜ ਦੁਬਾਰਾ ਜਿਹੜੀ ਆ ਉਸ ਨੂੰ ਚਾਲੂ ਕਰਦੇ ਆ। ਕੁਝ ਕਾਲਰ ਵੀ ਆਪਣੇ ਨਾਲ ਜੁੜ ਰਹੇ ਆ, ਉਹਨਾਂ ਦੇ ਵੀ ਵਿਚਾਰ ਆਪਾਂ ਜ਼ਰੂਰ ਜਾਣਦੇ ਆ ਕੀ ਜਿਹੜਾ ਉਸ ਦੇ ਵਿੱਚ ਕੀ ਹਾਸੇ ਠੱਠੇ ਜਿਹੜੇ ਪੈਂਦੇ, ਆਵਾਜ਼ ਸੁਣਦੀ ਜਾਂ ਨਹੀਂ ਸੁਣਦੀ, ਇਹ ਵੀ ਅੱਜ ਇੱਕ ਹਾਸੇ ਦਾ ਹੀ ਕਾਰਨ ਜਿਹੜਾ ਉਹ ਬਣ ਗਿਆ ਹੈਗਾ ਆ। ਤੇ ਆਪਣੇ ਅਗਲੇ ਜਿਹੜੇ ਕਾਲਰ ਜੁੜੇ ਨੇ ਜੀ, ਪਰਮਵੀਰ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਬਹੁਤ ਹੀ ਸੋਹਣਾ ਹੁੰਦਾ ਹੈ। ਅੱਜ ਦਾ ਟੌਪਿਕ ਹੈ ਹੱਸਣਾ ਬਹੁਤ ਜ਼ਰੂਰੀ। ਜੀ 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 ਬਿਲਕੁਲ। ਹਾਂਜੀ, ਉਹ ਜਦੋਂ ਮਤਲਬ ਕਿ ਅਸੀਂ ਵੱਡੇ ਹੋਈ ਜਾ ਰਹੇ ਹਾਂ ਉਮਰ ਵਿੱਚ, ਤੇ ਕਹਿੰਦੇ ਹਾਸੇ ਵੀ ਘੱਟਦੇ ਜਾਂਦੇ ਆ, ਸਾਨੂੰ ਉਹਨਾਂ ਹਾਸਾ ਨਹੀਂ ਹੁੰਦਾ ਜਿੰਨਾ ਛੋਟੇ ਹੁੰਦਿਆਂ ਨੂੰ ਆਉਂਦਾ ਹੁੰਦਾ। ਇਹ ਆਟੋਮੈਟਿਕਲੀ ਹੈ, ਤੇ ਉਮਰ ਦਾ ਤਕਾਜ਼ਾ ਆ ਹੈ। ਹਾਂਜੀ, ਤੇ ਇੱਕ ਹਾਸੇ ਦੇ ਮਤਲਬ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤੁਸੀਂ ਉਹ ਬੰਦਿਆਂ ਦੀ ਸੰਗਤ ਕਰੋ ਕਿ ਜਿੱਥੇ ਤੁਹਾਨੂੰ ਜ਼ਿਆਦਾ ਹਾਸਾ ਆਵੇ। ਹਾਂਜੀ, ਜਿਹੜੇ ਪੋਜ਼ਿਟਿਵ ਲੋਕ ਹੋਣ। ਸਹੀ ਗੱਲ। ਹਾਂਜੀ, ਪੋਜ਼ਿਟਿਵ। ਜਿਵੇਂ ਹੁਣ ਮੈਂ ਘਰ ਵਿੱਚ ਇਕੱਲੀ ਜਦੋਂ ਹੁੰਦੀ, ਮੈਂ ਕੀ ਕਰਦਾ ਪ੍ਰੋਗਰਾਮ ਸੁਣਨ ਦੇ ਇਕੱਲੀ ਹੱਸਦੀ। ਸਹੀ ਆ। ਹਾਂਜੀ, ਬਹੁਤ ਵਧੀਆ ਹੁੰਦਾ। ਇੱਕ ਲਾਫਟਰ ਯੋਗਾ ਵੀ ਹੁੰਦਾ, ਉਹਦੇ ਪਾਸੇ ਲੋਕੀ ਜਾਂਦੇ, ਮੈਂ ਤਾਂ ਕਦੇ ਨਹੀਂ ਗਈ, ਪਰ ਉਹਦੇ ਲੋਕੀ ਕਹਿੰਦੇ ਹੱਸਣਾ ਹੱਸਦੇ ਲੋਕੀ ਨਾ। ਬਿਲਕੁਲ। ਚਲੋ ਜੀ ਜੀ, ਧੰਨਵਾਦ ਪਰਮਵੀਰ ਜੀ, ਮਿਹਰਬਾਨੀ ਕਾਲ ਦੇ ਲਈ, ਬਹੁਤ ਸ਼ੁਕਰੀਆ। ਇੱਕ ਜ਼ਰੂਰੀ ਗੱਲ ਹੈ ਕਿ ਮੇਰੇ ਗ੍ਰੈਂਡ ਸਨ ਦੀ ਨਾ ਥੋੜੇ ਦਿਨ ਬਲੂਨ ਉੱਡ ਗਏ ਜਦੋਂ ਬਰਥਡੇ ਤੋਂ ਬਾਅਦ ਉਹ ਪਾਰਕ ਵਿੱਚ ਗਿਆ। ਮੈਂ ਉਹਦੀ ਵੀਡੀਓ ਦੇਖੀ, ਉਹਦੇ ਮੰਮੀ ਨੇ ਬਣਾਈ, ਤੇ ਮੈਂ ਇੰਨਾ ਹੱਸੀ ਜਾਂਦੀ ਸਾਂ, ਵੀਡੀਓ ਵੇਖੀ ਮੈਂ ਹੱਸੀ ਜਾਂਦੀ ਸਾਂ। ਤੇ ਫਿਰ ਮੈਂ ਗ੍ਰੈਂਡ ਦੇ ਨਾਲ ਵੇਖੀ ਵੀਡੀਓ, ਉਹ 12 ਸਾਲਾਂ ਦੀ, ਉਹ ਕਹਿੰਦੀ ਨਾਨੀ why are you laughing? Balloons. ਤੇ ਹੁਣ ਮੈਂ ਜਦੋਂ ਵੀਡੀਓ ਵੇਖ ਲੈਂਦੀ ਨਾ, ਮੈਨੂੰ ਬੜਾ ਹਾਸਾ ਆਉਂਦਾ। ਸਹੀ ਗੱਲ ਆ, ਸਹੀ ਗੱਲ ਆ। ਬਲੂਨ ਫਿਰ ਮਿਲਦੇ। ਹਾਂ, ਸਹੀ ਗੱਲ, ਸਹੀ ਗੱਲ। ਬੜਾ ਹਾਸੇ ਵਾਲਾ ਜੀ, ਹਾਸੇ ਵਾਲਾ ਸੀਨ ਤੁਹਾਨੂੰ ਯਾਦ ਆ। ਬਹੁਤ ਸ਼ੁਕਰੀਆ, ਥੈਂਕ ਯੂ। ਏਦਾਂ ਹੀ ਹੱਸਦੇ ਰਹੋ ਜੀ, ਬਸ। ਕਿਸ ਤਰ੍ਹਾਂ ਲੈਂਦੇ ਜੀ ਜੀ ਜੀ, ਸ਼ੁਕਰੀਆ ਜੀ ਪਰਮਵੀਰ ਜੀ, ਥੈਂਕ ਯੂ, ਮਿਹਰਬਾਨੀ। ਤੇ ਬਸ ਏਦਾਂ ਹੀ ਹੱਸਦੇ ਵਸਦੇ ਰਹੋ, ਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੋ। ਏਦਾਂ ਨਾ ਜਦੋਂ ਕਈ ਵਾਰੀ ਕੋਈ ਗੱਲ ਨਾ ਦੇਖ ਕੇ ਚੇਤਾ ਆ ਜਾਂਦੀ ਆ, ਉਹ ਬੰਦਾ ਉੱਥੇ ਪਹੁੰਚ ਜਾਂਦਾ, ਤੇ ਉਹ ਸੀਨ ਆ ਜਾਂਦਾ, ਤੇ ਬਹੁਤ ਵਾਰੀ ਸਾਰਿਆਂ ਦੇ ਨਾਲ ਹੀ ਹੁੰਦਾ ਵੀ ਵੱਖੀਆਂ ਫੜ ਫੜ ਕੇ ਜਿਹੜਾ ਬੰਦਾ ਹੱਸੀ ਹੋਈ ਜਾਂਦਾ। ਜਿਵੇਂ ਆਪਾਂ ਸ਼ੁਰੂ ਚ ਕਿਹਾ ਸੀ ਨਾ, ਹਾਸਾ ਕਈ ਵਾਰੀ ਪੈਦਾ ਕਰਨਾ ਪੈਂਦਾ। ਜਿਵੇਂ ਬੱਚਾ ਪੁੱਛ ਰਿਹਾ ਸੀ ਨਾ ਵੀ ਤੁਸੀਂ ਕਿਉਂ ਹੱਸ ਰਹੇ ਆ, ਇਹ ਹਾਸਾ ਪੈਦਾ ਕਰਨਾ। ਵੀ ਕੋਈ ਚੀਜ਼ ਤੁਹਾਡੇ ਮਨ ਨੂੰ ਸੰਤੁਸ਼ਟੀ ਦੇ ਰਹੀ ਹੈ, ਚੰਗੀ ਲੱਗ ਰਹੀ ਹੈ ਤੁਹਾਡੀਆਂ ਅੱਖਾਂ ਨੂੰ, ਤੁਹਾਡਾ ਹਿਰਦਾ ਖੁਸ਼ ਆ ਅੰਦਰੋਂ, ਜਿੱਦਾਂ ਆਪਾਂ ਕਹਿੰਦੇ ਆਤਮਾ ਹਿਰਦਾ ਖੁਸ਼ ਆ, ਤਾਂ ਉਹਨੂੰ ਬਾਹਰ ਪ੍ਰਗਟ ਕਰਨ ਚ ਕੀ ਸੰਗ। ਨਹੀਂ, ਉਹ ਸੰਗੀ ਵੀ ਨਹੀਂ, ਕੀ ਉਹ ਆਪਣੇ ਆਪ ਆ ਹੀ ਜਾਂਦਾ। ਆਪਣੇ ਆਪ ਹੀ ਆ। ਉਦਾਂ ਤੇ ਕਹਿੰਦੇ ਜੇ ਇਸ਼ਕ ਤੇ ਮੁਸ਼ਕ ਛਪਾਇਆ ਨਹੀਂ ਸ਼ੁਭਦੇ, ਤੇ ਹਾਸਾ ਵੀ ਨਹੀਂ ਰੋਕਿਆ ਰੁਕਦਾ। ਉਹ ਇਹ ਹੋ ਹੀ ਜਾਂਦਾ ਆ ਕਈ ਵਾਰੀ ਨਾ, ਇਹ ਸਾਰੀਆਂ ਚੀਜ਼ਾਂ। ਨਹੀਂ ਤਾਂ ਕਹਿੰਦੇ ਨਾ ਵੀ ਨਿਆਣੇ, ਜਿੱਦਾਂ ਇਹਨਾਂ ਨੇ ਉਮਰ ਦੀ ਗੱਲ ਕੀਤੀ, ਨਿਆਣਾ ਹੁੰਦਾ ਪਾਕ ਸਾਫ਼। ਬਿਲਕੁਲ, ਉਹਦਾ ਜਿਹੜਾ ਇਮੋਸ਼ਨ ਉਹਦੇ ਮੂੰਹ ਤੇ ਆ, ਉਹਨੂੰ ਵੱਲ ਛੱਲ ਨਹੀਂ। ਜੇ ਉਹਨਾਂ ਹੱਸਣਾ ਤੇ ਹੱਸੀ ਹੋਈ ਜਾਣਾ, ਉਹ ਉਸ ਪਾਸੇ ਵੱਲ ਨੂੰ ਜਿਹੜਾ ਉਹ ਬੰਦੇ ਨੂੰ ਹੋ ਜਾਂਦਾ। ਬੰਦਾ ਨਾ ਜਿਹੜਾ ਇਨਸਾਨ ਹੈ, ਜਦੋਂ ਜਿਉਂ ਵੱਡਾ ਹੁੰਦਾ, ਮੈਚੁਰ ਹੁੰਦਾ, ਉਹ ਫਿਰ ਕਈ ਚੀਜ਼ਾਂ ਨਾਲ ਸੋਚਣ ਲੱਗ ਜਾਂਦਾ। ਅੱਛਾ, ਜੇ ਮੈਂ ਹੁਣ ਹੱਸਿਆ, ਇਹਨੂੰ ਕਿੱਦਾਂ ਦਾ ਫੀਲ ਹੋਊਗਾ। ਉਹ ਆਪਣੇ ਹਾਸੇ ਦੇ ਉੱਤੇ ਵੀ ਏਦਾਂ ਜਿਹੜਾ ਆਪਾਂ ਫਟਕ ਲਾ ਲਿਆ, ਮੈਥਮੈਟਿਕਸ ਲਾਈ ਰੱਖਦਾ, ਬੜੇ ਮੈਥਮੈਟਿਕ ਲਾਏ ਆ। ਕਿੰਨਾ ਕੁ ਹੱਸਾਂ, ਜ਼ਿਆਦਾ ਜ਼ੋਰ ਦੀ ਹੱਸਾ, ਕਿਸੇ ਦਾ ਹਾਸਾ ਓਦਾਂ ਹੀ ਹਾਸੇ ਵਾਲਾ ਹੁੰਦਾ। ਉਹ ਬੰਦੇ ਨੂੰ ਹੱਸਦਾ ਦੇਖ ਕੇ ਬੰਦੇ ਨੂੰ ਹਾਸਾ ਆਈ ਜਾਂਦਾ। ਰੀਸੈਂਟਲੀ ਨੇ ਇੱਕ ਏਦਾਂ ਹੀ ਵੀਡੀਓ ਦੇਖੀ ਫਰਾਂਸ ਵਾਲਿਆਂ ਦੇ, ਉਹਨਾਂ ਦਾ ਸ਼ੋਅ ਸੀਗਾ, ਉਹਦਾ ਇੱਕ ਸਪੈਸ਼ਲ ਸ਼ੋਅ ਸੀਗਾ, ਉਹ ਦੇਖ ਕੇ ਬਹੁਤ ਹਾਸਾ ਆਇਆ। ਕੋਈ ਸਕੂਟਰ ਵਾਂਗੂ ਹੱਸਣ ਦਿਆ ਸੀ, ਕੋਈ ਕੁੱਕੜ ਵਾਂਗੂ ਹੱਸਦਾ ਸੀਗਾ, ਕੋਈ ਕਿਸੇ ਵਾਂਗੂ ਹੱਸਦਾ ਸੀ, ਤੇ ਉਹ ਇੱਕ ਦੂਜੇ ਵੱਲ ਦੇਖ ਦੇਖ ਕੇ ਜਿਹੜਾ ਉਹ ਹਾਸਾ ਪਾਉਣ ਲੱਗੇ ਆ। ਅੱਜ ਦੇ ਤੁਸੀਂ ਯੁੱਗ ਵਿੱਚ ਵੀ ਦੇਖੋ ਨਾ, ਜਿਹੜਾ ਕੰਟੈਂਟ ਵੀ ਉਹਦਾ ਕ੍ਰੀਏਟ ਹੋ ਰਿਹਾ, ਉਹ ਬਹੁਤਾ ਜ਼ੋਰ ਲੋਕਾਂ ਦਾ ਹਸਾਉਣ ਦੇ ਉੱਤੇ ਜਿਹੜਾ ਉਹ ਲੱਗਾ ਹੋਇਆ, ਕੰਟੈਂਟ ਚੱਲਦਾ, ਉਹ ਮਤਲਬ ਵਿਕ ਰਿਹਾ।
ਕਿਉਂਕਿ ਚਾਹੁੰਦੇ ਲੋਕ ਸਟ੍ਰੈਸ 'ਚ ਬਹੁਤ ਨੇ ਬਹੁਤ ਜ਼ਿਆਦਾ ਵੀ ਸੀਰੀਅਸ ਚੀਜ਼ਾਂ ਤੋਂ ਕਈ ਵਾਰੀ ਬੰਦਾ ਬਹੁਤ ਪਰੇਸ਼ਾਨ ਹੋ ਜਾਂਦਾ ਜਦੋਂ ਬਿਲਕੁਲ। ਇੰਨਾ ਚਿਰ ਆਲ ਦਾ ਟਾਈਮ ਸੀਰੀਅਸ ਜਿਹੜਾ ਉਹ ਰਹਿਣਾ, ਹੂੰ, ਉਹ ਫਿਰ ਬੰਦੇ ਨੂੰ ਲੱਗਦਾ ਯਾਰ ਇਹ ਟੂ ਮੱਚ ਆ। ਹਾਂਜੀ ਤੇ ਫਿਰ ਉਹ ਫਿਰ ਹਾਸੇ ਦੇ ਉਹ ਇੱਕ ਪਤਲੀ ਗਲੀ ਲੱਭਦੇ ਆ ਹਾਂ ਕਿਧਰੋਂ ਦੀ ਜਿਹੜਾ ਫਰਕ ਹੋਈਏ ਜੀ ਇਹ ਸੀਰੀਅਸਨੈਸ ਚੋਂ ਸਟ੍ਰੈਸ ਚੋਂ, ਤੇ ਉਹ ਫਿਰ ਹਾਸੇ ਵਾਲੀਆਂ ਚੀਜ਼ਾਂ ਬੰਦੇ ਨੂੰ ਜਿਹੜੀਆਂ ਚੰਗੀਆਂ ਲੱਗਦੀਆਂ। ਬਿਲਕੁਲ। ਵੈਸੇ ਤਾਂ ਜਿਹੜੇ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਹਾਸਿਆਂ ਦੀ ਦੁਨੀਆ 'ਚ ਹੀ ਆਏ ਨੇ, ਹਾਂ ਤੇ ਤੁਸੀਂ ਦੇਖੋ ਵੀ ਇੰਡੀਆ ਦੇ ਵਿੱਚ ਗਿਣਤੀ ਦੇ ਮੁਤਾਬਕ 3000 ਤੋਂ ਜ਼ਿਆਦਾ ਨਿਊਜ਼ ਚੈਨਲ ਨੇ, ਮਤਲਬ ਜਿਹੜੇ ਰਾਤ ਨੂੰ ਪ੍ਰਾਈਮ ਟਾਈਮ ਕਰਦੇ ਨੇ। 3000 ਤੋਂ ਜ਼ਿਆਦਾ ਤਰ੍ਹਾਂ ਦਾ ਪ੍ਰਾਈਮ ਟਾਈਮ ਚੱਲਦਾ, ਪਰ ਉਸੇ ਪ੍ਰਾਈਮ ਟਾਈਮ ਦੇ ਵਿੱਚ ਇੱਕ ਬੰਦਾ ਆਉਂਦਾ ਕਪਿਲ ਸ਼ਰਮਾ, ਕਾਮੇਡੀ ਨਾਈਟਸ ਵਿਦ ਕਪਲ, ਤੇ ਉਹ 125-30 ਕਰੋੜ ਲੋਕਾਂ ਨੂੰ ਉੱਧਰ ਲੈ ਜਾਂਦਾ। 3000 ਲੋਕਾਂ ਤੋਂ ਗੱਲ ਕੀਤੀ ਨਹੀਂ ਗਈ, ਖਿੱਚੀ ਨਹੀਂ ਗਈ, ਜਿਹੜੀ ਇੱਕ ਬੰਦਾ ਲੈ ਗਿਆ ਜੀ। ਕਾਰਨ ਸੀਗਾ ਕਿ ਹਾਸੇ ਦੀ ਲੋੜ ਸੀ। ਹਾਂ ਤੇਜਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ। ਹੁਣ ਸਤਿ ਸ਼੍ਰੀ ਆਵਾਜ਼ ਅਕਾਲ। ਸੁਣਦੀ ਤੁਹਾਨੂੰ? ਹਾਂਜੀ ਹਾਂਜੀ ਅੱਗੇ ਨਾਲੋਂ ਠੀਕ ਹੈ ਜੀ। ਅੱਗੇ ਨਾਲੋਂ ਬੈਟਰ। ਕਈ ਵਾਰ ਸਾਨੂੰ ਹਾਸਾ ਆਉਂਦਾ ਹੈ ਪਰ ਅਸੀਂ ਕਿਸੇ ਦੇ ਸਾਹਮਣੇ ਖੁੱਲ ਕੇ ਹੱਸ ਨਹੀਂ ਸਕਦੇ। ਹੱਸ ਨਹੀਂ ਸਕਦੇ, ਮਜਬੂਰੀਆਂ ਆ ਗਈਆਂ ਹੈ। ਉਹ ਹਾਸੇ ਤੋਂ ਅਸੀਂ ਰੋਕ ਵੀ ਨਹੀਂ ਸਕਦੇ। ਹਾਂਜੀ, ਵਕਤ ਇਦਾਂ ਦਾ ਵੀ ਆਉਂਦਾ। ਮੇਰੀ ਗ੍ਰੈਂਡ ਡਾਟਰ 4 ਸਾਲ ਦੀ ਸੀ ਤੇ ਸੈਨੋ ਦੇ ਵਿੱਚ ਪ੍ਰਾਇਮਰੀ ਸਕੂਲ ਹੈ ਨਾ, ਹਾਂਜੀ ਉੱਥੇ ਅਸੀਂ ਦੇਖਦੇ ਸੀ ਕਿ ਜਦੋਂ ਡਰੈਸ ਹੋ ਗਿਆ ਸੀ ਨਾ ਤੇ ਕਾਲੀ ਆਈ ਬੜੀ ਸੋਹਣੀ ਲੱਗੇ ਤੇ ਮੈਂ ਮੇਰਾ ਬੇੜਾ ਛੱਡਣ ਚੱਲਿਆ ਤੇ ਮੈਂ ਪੁੱਤ ਸੋਹਣੀ ਕਿੰਨੀ ਲੱਗ ਰਹੀ ਹੈ, ਕਹਿੰਦਾ ਹਾਂ, ਉਹਨੇ ਫੋਟੋ ਖਿੱਚ ਲਈ। ਜਦੋਂ ਉੱਥੇ ਸਕੂਲ ਚ ਲੈ ਕੇ ਗਿਆ ਤੇ ਕਹਿੰਦਾ ਮਾਂ ਮਦਦ ਅੰਦਰ ਹੀ ਇੰਟਰ ਹੋਇਆ ਤੇ ਕਈਆਂ ਦੀਆਂ 2 ਮੈਡਮਾਂ ਸੀ ਨਾ, ਉਹ ਹੱਸਣ ਤੇ ਮੇਰੇ ਸਾਹਮਣੇ ਖੁੱਲ ਕੇ ਵੀ ਨਾ ਹੱਸਣ। ਅੱਛਾ ਜੀ। ਪਾਸੇ ਮੂੰਹ ਕਰਕੇ ਹੱਸਣ। ਹਾਂਜੀ ਸਹੀ ਹੈ। ਹਾਂ ਤੇ ਮੈਂ ਕਿਹਾ ਪੁੱਤ ਮੈਂ ਤੈਨੂੰ ਘਰ ਗਿਆ ਤੁਸੀਂ ਬਹੁਤ ਕਿਊਟ ਲੱਗ ਰਹੀ ਹੈ ਤੇ ਉਹਨਾਂ ਨੂੰ ਵੀ ਹੱਸਣਾ ਦੇਖ ਕੇ ਬਸ ਇੰਨਾ ਕੁ ਬੋਲਾਂਗੀ। ਓਕੇ ਥੈਂਕ ਯੂ ਜੀ, ਥੈਂਕ ਯੂ। Thank you। ਸਤਿ ਸ਼੍ਰੀ ਅਕਾਲ। ਸੋ ਇਹ ਜ਼ਰੂਰੀ ਚੀਜ਼ਾਂ ਨੇ। ਇਹ ਜਿਹੜੀ ਕਸੂਤੀ ਜੀ ਸਥਿਤੀ ਹੈ ਨਾ, ਕਈ ਵਾਰੀ ਕਲਾਸ 'ਚ ਬਣਦੀ ਹੁੰਦੀ ਸੀ। ਹਾਂ ਹਾਸਾ ਆਉਂਦਾ ਹੁੰਦਾ ਸੀ ਪਰ ਟੀਚਰ ਦੇ ਡਰੋਂ ਹੱਸਦੇ ਨਹੀਂ ਸੀ, ਹਾਂ ਕਿਉਂਕਿ ਫਿਰ ਖੜੇ ਕਰ ਲੈਂਦੇ ਸੀ, ਡੰਡੇ ਪੈਂਦੇ ਸੀ ਜਾਂ ਕਿਵੇਂ ਵੀ ਕੋਈ ਨਾ ਕੋਈ ਸਜ਼ਾ ਮਿਲਦੀ ਸੀਗੀ। ਪਰ ਬਚਪਨੇ ਦੇ ਵਿੱਚ ਇਹ ਰਾਜ ਕਰਨ ਵੀ ਸਹੀ ਚੀਜ਼ਾਂ ਬਹੁਤ ਵੱਡੇ ਹੋ ਕੇ ਵੀ ਜ਼ਰੂਰੀ ਹੈ। ਹਾਂਜੀ ਇਹ ਵੱਡੇ ਹੋ ਕੇ ਵੀ ਜਿਹੜਾ ਹੁਣ ਆਪਾਂ ਬੰਦਾ ਮਿਡਲ ਏਜ ਦੇ ਵਿੱਚ ਹੈ ਨਾ ਬੰਦਾ, ਹਾਂਜੀ ਜਿਹੜਾ ਉਹ ਨੌਜਵਾਨੀ ਤੋਂ ਬਾਅਦ ਤੇ ਬੁਢਾਪੇ ਤੋਂ ਪਹਿਲਾਂ ਉਹ ਬੰਦਾ ਫਿਰ 25 ਤੋਂ 40 ਵਾਲਾ ਵੀ ਉਹ ਸੀਰੀਅਸ ਦੇ ਵਿੱਚ ਥੋੜਾ ਜ਼ਿਆਦਾ ਹੁੰਦਾ। ਹੁਣ ਜਿਹੜੇ ਬਜ਼ੁਰਗ ਆ ਕਈ ਉਹ ਵੀ ਬਹੁਤ ਹੱਸਦੇ ਆ। ਹਾਂਜੀ ਉਹਨਾਂ ਨੂੰ ਵੀ ਇਦਾਂ ਦੀਆਂ ਗੱਲਾਂ ਫਿਰ ਉਹ ਚੰਗੀਆਂ ਲੱਗਦੀਆਂ, ਉਹਨਾਂ ਨੇ ਦੇਖ ਲਿਆ ਸਾਰਾ ਕੁਝ। ਹਾਂਜੀ ਆਪਾਂ ਕਹਿੰਦੇ ਯਾਰ ਲੱਗੀ ਜਾਂਦੇ ਆ ਨਾ, ਪਰ ਉਹ ਨਹੀਂ ਠੀਕ ਚੰਗੀ ਚੀਜ਼। ਮੌਕੇ ਦੇ ਹਿਸਾਬ ਦੇ ਨਾਲ ਜਿਹੜਾ ਉਹ ਚੱਲਦੇ ਰਹਿਣਾ ਚਾਹੀਦਾ। ਬੇਫਜ਼ੂਲ ਹਾਸਾ ਵੀ ਮਾੜਾ ਹੁੰਦਾ ਹੈ। ਹਾਂਜੀ ਇਹ ਤਾਂ ਦੱਸਦੇ ਹੀ ਆਪਾਂ ਨੂੰ, ਗੁਰੂ ਸਾਹਿਬਾਨ ਵੀ ਦੱਸ ਕੇ ਗਏ ਆ ਵੀ ਬਹੁਤੀ ਚੀਜ਼ ਕਿਸੇ ਵੀ ਚੀਜ਼ ਦਾ ਜਿਹੜਾ ਬਹੁਤਾਤ ਆ ਉਹ ਮਾੜੀ ਹੁੰਦੀ ਆ। ਪਰ ਇਹ ਵੀ ਆਪਣੇ ਆਪ ਨੂੰ ਡੱਕਣਾ ਨਹੀਂ ਚਾਹੀਦਾ। ਜਦੋਂ ਮਾਹੌਲ ਉਦਾਂ ਦਾ ਆ, ਹੱਸਣ ਵਾਲਾ ਆ, ਹੱਸ ਲੈਣਾ ਜਿਹੜਾ ਉਹ ਚਾਹੀਦਾ ਆ। ਪ੍ਰੋਬਲਮ ਕੀ ਹੁੰਦੀ ਆ ਨਾ ਪ੍ਰਵੀਨ ਜੀ, ਕਿਉਂ ਲੋਕ ਹੱਸਣੋਂ ਗੁਰੇਜ਼ ਕਿਉਂ ਕਰਦੇ ਆ? ਉਹ ਸਗੋਂ ਉਹਨਾਂ ਦੇ ਪ੍ਰਤੀ ਸੀਰੀਅਸ ਗੱਲਾਂ ਜਾਂ ਉਹਨਾਂ ਦਾ ਮਜ਼ਾਕ ਬਣਾਈ ਜਾਂਦੇ, ਇਹ ਬੰਦਾ ਸੀਰੀਅਸ ਹੀ ਨਹੀਂ। ਇਹ ਤਾਂ ਇਦਾਂ ਆ, ਇਹ ਤਾਂ ਉਦਾਂ ਆ। ਭਾਈ ਇਨਸਾਨ ਹੀ ਆ, ਇਮੋਸ਼ਨਸ ਹੀ ਆ, ਰਿਐਕਟ ਉਹਨੇ ਕਰਨਾ ਆ। ਆਪਾਂ ਬਹੁਤ ਕੰਟਰੋਲ ਕਰਦੇ ਕਈ ਚੀਜ਼ਾਂ ਦੇ ਉੱਤੇ। ਇਦਾਂ ਹੀ ਆਪਾਂ ਹਾਸੇ ਤੇ ਵੀ ਕੰਟਰੋਲ ਕਰਨ ਲੱਗ ਗਏ ਜ਼ਿਆਦਾ, ਤੇ ਉਹ ਇਵੈਂਚੁਅਲੀ ਆਪਾਂ ਨੂੰ ਸਟ੍ਰੈਸ ਦੇ ਵਿੱਚ ਜਿਹੜਾ ਉਹ ਧੱਕ ਰਿਹਾ ਹੈਗਾ। ਕਈ ਵਾਰੀ ਕਹਿੰਦਾ ਯਾਰ ਹਾਸੇ ਟਾਲਦੇ ਗੱਲ ਨੂੰ, ਹਾਸੇ 'ਚ ਟਾਲਦੇ ਜਿਹੜੀ ਉਹ ਗੱਲ ਨੂੰ, ਦਿਲ ਤੇ ਨਹੀਂ ਲਾਉਣੀ, ਹੱਸ ਕੇ ਜ਼ਿੰਦਗੀ ਗੁਜ਼ਾਰਨੀ ਆ। 4 ਦਿਨ ਦੀ ਜ਼ਿੰਦਗੀ ਆ। ਆਪਣੇ ਵੀ ਨਾਲ ਦੇ ਕਈ ਏਦਾਂ ਜਿਹੜਾ ਉਹ ਕਹਿੰਦੇ, ਫਿਰ ਆਪਾਂ ਵੀ ਕਦੀ ਕਹਿੰਦੇ ਯਾਰ ਇਹ ਕੀ ਗੱਲ ਹੋਈ ਭਲਾ। ਫਿਰ ਬੰਦਾ ਮੌਕੇ ਦਾ ਹਿਸਾਬ ਹੁੰਦਾ ਆ ਵੀ ਉਸ ਹਿਸਾਬ ਦੇ ਨਾਲ ਜਿਹੜਾ ਉਹ ਆਪਾਂ ਨੂੰ ਚੱਲਣਾ ਆ। ਇੱਕ ਜਿਹੜੀ ਸਮਾਈਲ, ਤੁਸੀਂ ਕਿਸੇ ਨੂੰ ਤੁਰੇ ਜਾਂਦੇ, ਜਿੱਦਾਂ ਪਹਿਲੇ ਆਪਣੇ ਕਾਲਰ ਕਹਿ ਗਏ ਨਾ ਵੀ ਉਹਦੇ ਵੱਲ ਦੇਖ ਕੇ ਖਿੜ ਜਾਂਦੇ ਆਪਾਂ ਵੀ। ਇੱਕ ਸਮਾਈਲ ਇੱਕ ਕੰਟੇਜੀਅਸ ਆ, ਇਹ ਫੈਲਣ ਵਾਲੀ ਚੀਜ਼ ਆ। ਜਿੱਦਾਂ ਇੱਕ ਹੈਜਾ ਫੈਲ ਜਾਂਦਾ ਜਾਂ ਕੋਈ ਬਿਮਾਰੀ ਫੈਲ ਜਾਂਦੀ, ਬਿਮਾਰੀ ਤਾਂ ਨਹੀਂ ਆ, ਇਹ ਚੰਗੀ ਚੀਜ਼ ਆ। ਵੀ ਤੁਸੀਂ ਕਿਸੇ ਨੂੰ ਹੱਸ ਕੇ ਸਤਿ ਸ੍ਰੀ ਅਕਾਲ ਬੁਲਾਤੀ, ਹੈਲੋ ਕਰਤੀ, ਹਾਏ ਕਰਤੀ, ਤੇ ਉਹ ਕੀ ਪਤਾ ਅਗਲਾ ਬੰਦਾ ਕਿੰਨੇ ਦੁੱਖ ਵਿੱਚ ਹੋਵੇ, ਸਟ੍ਰੈਸ 'ਚ ਹੋਵੇ, ਉਹ ਤੁਹਾਡੀ ਉਸ ਸਮਾਈਲ ਦੇ ਨਾਲ ਪਿਘਲ ਜਾਂਦਾ। ਤੇ ਉਹ ਲਾਈਫ ਇਜ਼ ਟੂ ਸ਼ਾਰਟ ਨਾਟ ਟੂ ਸਮਾਈਲ। ਇਹ ਜਿਹੜਾ ਉਹ ਆਖਿਆ ਜਾਂਦਾ, ਇਹ ਡੇ ਵਿਦਆਊਟ ਅ ਸਮਾਈਲ ਇਜ਼ ਅ ਵੇਸਟ। ਵੀ ਉਹ ਦਿਨ ਖਰਾਬ ਆ ਜੇ ਤੁਸੀਂ ਜਿਸ ਦਿਨ ਜਿਹੜਾ ਉਹ ਹੱਸੇ ਨਹੀਂ। ਇਹ ਆਪਾਂ ਵੇਖਿਆ, ਜਿਵੇਂ ਤੁਸੀਂ ਬਜ਼ੁਰਗਾਂ ਦੀ ਗੱਲ ਕੀਤੀ ਹੈ ਨਾ, ਕਈ ਵਾਰੀ ਦੇਖੀਦਾ ਆਪਾਂ ਜਦੋਂ ਆਪ ਬੱਚੇ ਨਾਲ ਹੋਈਦੇ ਨਾ, ਤੇ ਬਜ਼ੁਰਗ ਉਹਨੇ ਨਾਲ ਖੇਡ ਲੱਗ ਜਾਂਦੇ ਆ, ਨਿੱਕੇ ਬੱਚੇ ਨਾਲ। ਜੀ ਬਿਲਕੁਲ, ਬੱਚਾ ਵੀ ਖੇਡ ਲੱਗ ਜਾਂਦਾ ਹੈ ਹੁਣ, ਕਿਉਂਕਿ ਉਹ ਦੋਨੇ ਤਕਰੀਬਨ ਇੱਕੋ ਉਹਦੇ ਆ ਗਏ ਨਾ। ਮਤਲਬ ਇੱਕ ਬਜ਼ੁਰਗ ਆ, ਉਹ ਜ਼ਿਆਦਾ ਬਜ਼ੁਰਗ ਅਵਸਥਾ, ਅਵਸਥਾ ਮਨ ਦੀ ਅਵਸਥਾ ਕਹਿ ਦਿੰਦੇ ਹਨਾ।
ਹੁਣ ਜਿਹੜੇ ਆਪਣੇ ਵਰਗਾ ਜਿਹੜਾ ਮਤਲਬ ਜਿਵੇਂ ਸੁਖਤੇਜ ਭਾਜੀ ਕਹਿ ਕੇ ਗਿਆ ਵੀ ਅਸੀਂ ਦੌੜ 'ਚ ਹੈਗੇ ਆ, ਉਹ ਇੱਕ ਸੱਚ ਆ, ਮਤਲਬ ਉਹ ਤਾਂ ਉਹ ਆਪਾਂ ਤਾਂ ਭੱਜਦੇ ਨਹੀਂ। ਭੱਜਦੇ ਨਹੀਂ ਆਪਾਂ, ਹਾਂ। ਤੇ ਉਹ ਆਪਾਂ ਨੂੰ ਕੀ ਲੱਗਦਾ, ਆਪਾਂ ਕਹਿੰਦੇ ਯਾਰ ਇਹ ਮਤਲਬ ਇਹਨੂੰ ਜਾਣਦੀ ਨਹੀਂ, ਜਾਂ ਆਪਣੇ ਨਾਲ ਕੋਈ ਬੱਚੀ ਆ, ਗੁੜੀਆ ਨਿੱਕੀ, ਤੇ ਉਹ ਉਹਦੇ ਨਾਲ ਖੇਡੀ ਜਾਂਦੀ ਹੈ ਜਿਵੇਂ ਕਿਵੇਂ, ਹਨਾ। ਪਰ ਉਹ ਕੀ ਹੁੰਦਾ ਕਿ ਦੋਨੇ, ਜਿਵੇਂ ਤੁਸੀਂ ਕਿਹਾ ਨਾ, ਬੱਚਾ ਪਾਕ ਹੁੰਦਾ, ਉਹਨੂੰ ਕਿਸੇ ਨਾਲ ਕੋਈ ਬੈਰੀਅਰ ਨਹੀਂ ਕਿਸੇ ਵੀ ਚੀਜ਼ ਦਾ, ਉਹਨੂੰ ਮਤਲਬ ਜਿੱਥੇ ਉਹਦਾ ਐਂਟਰਟੇਨ ਹੋ ਰਿਹਾ ਉਹਨੇ ਕਰ ਲੈਣਾ, ਹਾਂਜੀ, ਹਾਂਜੀ, ਹਨਾ। ਹਾਂਜੀ। ਤੇ ਬਜ਼ੁਰਗ ਨੂੰ ਇਹ ਹੈ ਕਿ ਯਾਰ ਇਹ ਮੇਰੇ ਨਾਲ ਵੱਡੇ, ਚੱਲ ਜਿਹੜੇ ਇਸ ਤੋਂ ਵੱਡੇ ਉਹ ਤਾਂ ਗੱਲ ਨਹੀਂ ਕਰਦੇ, ਤੇ ਚੱਲ ਇਹ ਕਰ ਰਿਹਾ ਤੇ ਇਹ ਵੀ ਵਧੀਆ। ਸੋ ਕਈ ਵਾਰੀ ਮੈਂ ਆਪਣੀ ਬੱਚੀ ਨਾਲ ਆਪਾਂ ਜਾਂਦੇ ਦੇਖੀਦਾ ਵਾਲਮਾਰਟ ਜਾਂ ਕਿਤੇ ਵੀ ਆਪਾਂ ਪਬਲਿਕ ਪਲੇਸ ਤੇ ਜਾਂਦੇ ਆ, ਤੇ ਬੱਚੇ ਨਾਲ ਕੋਈ ਬੰਦਾ ਮੈਚੁਰ ਤੋਂ ਮੈਚੁਰ ਵੱਡਾ ਵੀ ਖੇਡ ਲੱਗ ਜਾਂਦਾ, ਤੇ ਉਹ ਹਾਸਾ ਪੈਦਾ ਕਰ ਲੈਂਦਾ। ਆਪਣਾ ਵਰਗਾ ਫੇਰ ਉਹੀ ਟਾਈਮ ਦੀ ਸ਼ਾਰਟੇਜ, ਇਹ ਉਹ ਉਸ 'ਚ ਫੇਰ ਉਹ ਦੇਖੋ ਆਪਾਂ ਜਿਹੜੇ ਪ੍ਰੋਗਰਾਮ ਜਾਂ ਵੀਡੀਓ ਦੇ ਵੀ ਕਈ ਤਾਂ ਹੀ ਇਸੇ ਲਈ ਸ਼ੁਰੂ ਕੀਤੇ ਆ। ਹਾਂਜੀ, ਦੇਖੋ ਸੀਰੀਅਸ ਗੱਲਾਂ ਵੀ ਜਿੱਥੇ ਚੱਲਦੀਆਂ, ਹਾਂਜੀ, ਹਾਂਜੀ, ਉੱਥੇ ਨਾਲ ਪਾਣੀ 'ਚ ਮਧਾਣੀ ਵਰਗਾ ਹਾਂਜੀ ਪ੍ਰੋਗਰਾਮ ਆ। ਏਦਾਂ ਹੀ ਮਸੂਦ ਮੱਲੀ ਹੁਣਾਂ ਵਾਲੇ ਜਿਹੜੇ ਉਹ ਪ੍ਰੋਗਰਾਮ ਆ, ਹਾਂ, ਹਾਂ, ਇਹ ਖੁੱਲੇ ਪ੍ਰੋਗਰਾਮ ਹੁੰਦੇ ਵੀ ਆਓ ਗੱਲਾਂ ਬਾਤਾਂ ਜਿਹੜੀਆਂ ਕਰੋ, ਹਾਂ, ਸਟ੍ਰੈਸ ਜਿਹੜਾ ਉਹ ਆਪਣਾ ਤਣਾਅ ਜਿਹੜਾ ਆ ਉਸ ਨੂੰ ਹਾਂਜੀ, ਆਪਾਂ ਹਾਂਜੀ, ਦੂਰ ਜਿਹੜਾ ਉਹ ਕਰੀਏ। ਹੂੰ, ਹੱਸਣ ਦੇ ਨਾਲ ਤੁਹਾਡੇ ਸਰੀਰ ਜਿਹਦਾ ਕਹਿੰਦੇ ਖੁੱਲ ਜਾਂਦਾ ਆ। ਜੀ, 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 ਕਈ ਜਿਹੜੇ ਤੁਹਾਡੇ ਸਰੀਰ ਦੇ ਜਿਹੜੇ ਅੰਗ ਆ, ਆਰਗਨਸ ਆ, ਹਾਂਜੀ, ਉਹ ਸਟਿਮੂਲੇਟ ਹੁੰਦੇ ਆ। ਨਵੇਂ ਜਿਹੜੇ ਕੈਮੀਕਲ ਆ, ਉਹਦਾ ਸਰੀਰ ਨੂੰ ਜਿਹੜਾ ਉਹ ਪਤਾ ਲੱਗਦਾ ਆ। ਕਿਉਂਕਿ ਨਹੀਂ ਤਾਂ ਆਪਾਂ ਜੇ ਸਿਰਫ ਵੀਡੀਓ ਦੇਖ ਕੇ ਹੱਸਣ ਵਾਲੇ ਰਹਿ ਗਏ, ਤਾਂ ਉਹ ਹੋਰ ਵੀ ਜ਼ਿਆਦਾ ਆਪਣੇ ਲਈ ਨੁਕਸਾਨਦੇਹ ਜਿਹੜੀ ਉਹ ਚੀਜ਼ ਹੋਊਗੀ। ਵੀ ਆਪਾਂ ਆਪਣਾ ਹਾਸੇ ਲਈ ਵੀ ਮੁਹਤਾਜ ਹੋ ਗਏ ਆ, ਹਾਂਜੀ, ਚੀਜ਼ਾਂ ਦੇ ਉੱਤੇ ਬਹਾਨਾ ਕੋਈ ਨਾ ਕੋਈ ਰੀਜ਼ਨ ਪੈਦਾ ਕਰਨਾ ਪੈਂਦਾ। ਖੁਸ਼ੀ ਲਈ ਹੋ ਗਿਆ ਜਾਂ ਹਾਸੇ ਲਈ ਹੋ ਗਿਆ, ਆਪਾਂ ਬੜੇ ਜਿਹੜੇ ਉਹ ਮੁਹਤਾਜ ਜਿਹੜੇ ਉਹ ਹੋ ਗਏ ਆ। ਉਹ ਕਈ ਵਾਰੀ ਨਾ ਚੁਟਕਲੇ ਇੱਕ ਦੂਜੇ ਨੂੰ ਆਪਾਂ ਸੁਣਾਉਂਦੇ ਰਹਿੰਦੇ ਆ, ਗੱਲਾਂ ਜਿਹੜੀਆਂ ਉਹ ਕਰਦੇ ਰਹਿੰਦੇ ਆ, ਮੌਕੇ ਤੇ ਕੀਤੀ ਹੋਈ ਜਿਹੜਾ ਚੁਟਕਲਾ ਬਹੁਤ ਹਾਸਾ ਜਿਹੜਾ ਉਹ ਪੈਦਾ ਕਰਦਾ ਆ। ਸੋ ਏਦਾਂ ਦੇ ਤੁਹਾਡੇ ਜਿਹੜੇ ਗਰੁੱਪ 'ਚ ਲੋਕ ਆ, ਉਹ ਜ਼ਰੂਰ ਹੋਣੇ ਜਿਹੜੇ ਉਹ ਚਾਹੀਦੇ ਆ। ਤੇ ਇੱਕ ਚੀਜ਼ ਨੋਟ ਕਰਿਓ, ਜਿਹੜੇ ਬੰਦੇ ਬਹੁਤੇ ਹੱਸਦੇ ਆ ਨਾ, ਉਹ ਬਿਮਾਰ ਵੀ ਘੱਟ ਹੁੰਦੇ ਆ, ਤੇ ਉਹ ਓਦਾਂ ਵੀ ਖੁਸ਼ ਵੀ ਜ਼ਿਆਦਾ ਰਹਿੰਦੇ ਆ, ਤੇ ਰੂਹ ਵੀ ਸੋਹਣੀ ਰਹਿੰਦੀ, ਰੂਹ ਵੀ ਜਿਹੜੀ ਉਹ ਸੋਹਣੀ ਰਹਿੰਦੀ ਆ, ਤੇ ਕਹਿੰਦੇ ਜਿਉਂਦੇ ਵੀ ਜ਼ਿਆਦਾ ਆ, ਜਿਉਂਦੀ ਵੀ ਜ਼ਿਆਦਾ। ਬਿਲਕੁਲ। ਸੋ ਜ਼ਿੰਦਗੀ ਨੂੰ ਮਾਣਦੇ ਆ। ਆਪਾਂ ਅਕਸਰ ਹੀ ਵੇਖਦੇ ਆ ਵੀ ਕਈ ਸੰਗਾਊ ਜਿਹਾ ਹਾਸਾ ਹੱਸਦੇ ਆ, ਕੋਈ ਖਿੜ ਕੇ ਹੱਸਣ ਵਾਲਾ ਬੰਦਾ ਹੁੰਦਾ, ਮਤਲਬ ਜੇ ਹੱਸਿਆ ਤਾਂ ਉਹ 3-4 ਲੋਕਾਂ ਨੂੰ ਪਤਾ ਲਾ ਦਿੰਦਾ। ਪਰ ਜਿਵੇਂ ਤੁਸੀਂ ਕਿਹਾ ਨਾ ਕਿ ਇਹ ਆਮ ਤੌਰ ਤੇ ਆਪਾਂ ਗਿਣ ਲੈਂਦੇ ਆ ਕਿ ਯਾਰ ਉਹ ਕਿਵੇਂ ਹੱਸਦਾ ਕਿਵੇਂ, ਪਰ ਮੇਰੇ ਖਿਆਲ ਨਾਲ ਇਹ ਪੈਰਾਮੀਟਰ ਨਹੀਂ ਹੋਣਾ ਚਾਹੀਦਾ। ਹਾਂਜੀ, ਹਾਂਜੀ, ਕਿਉਂਕਿ ਇਹ ਪ੍ਰਗਟਾਵਾ ਹੈ, ਇੱਕ ਤੁਹਾਡੀ ਖੁਸ਼ੀ ਦਾ ਇੱਕ ਪ੍ਰਗਟਾਵਾ ਕਿ ਤੁਸੀਂ ਉਹਨੂੰ ਹਾਸੇ ਦੇ ਰੂਪ ਦੇ ਵਿੱਚ ਪ੍ਰਗਟ ਕਰਦੇ ਆ। ਬਿਲਕੁਲ। ਔਰ ਇਹ ਨੈਗੇਟਿਵ ਇਮੋਸ਼ਨਸ ਨੂੰ ਰੋਕਦਾ ਹੈ, ਨੈਗੇਟਿਵ ਕੈਮੀਕਲਸ ਨੂੰ ਜਿਹੜਾ ਤੁਹਾਡੇ ਸਰੀਰ ਦੇ ਵਿੱਚ ਹੁੰਦੇ ਆ, ਉਹਨਾਂ ਨੂੰ ਇਹ ਰੋਕਦਾ ਆ। ਸੋ ਇਹ ਹਾਸਾ ਬਹੁਤ ਜ਼ਿਆਦਾ ਜਿਹੜਾ ਜ਼ਿੰਦਗੀ ਦੇ ਵਿੱਚ ਜ਼ਰੂਰੀ ਆ। ਹਾਸਾ ਨਾ ਕਈ ਵਾਰੀ ਤੁਹਾਡੇ ਜ਼ਿੰਦਗੀ ਦਾ ਨਜ਼ਰੀਆ ਬਦਲ ਦਿੰਦਾ, ਉਹ ਪਰਸਪੈਕਟਿਵ ਜਿਹੜਾ ਬਦਲਣਾ ਨਾ, ਨਜ਼ਰੀਏ ਨੂੰ ਜਿਹੜਾ ਉਹ ਬਦਲਣਾ ਬਹੁਤ ਜ਼ਰੂਰੀ ਆ। ਜਿੱਦਾਂ ਪਹਿਲਾਂ ਕਿਹਾ ਵੀ ਤਣਾਅ ਦੂਰ ਕਰਨ ਲਈ ਤੇ ਇੱਕ ਦੂਜੇ ਦੇ ਵਿੱਚ ਡਿਸਐਗਰੀਮੈਂਟ ਨੂੰ ਤੋੜਨ ਲਈ ਵੀ ਹਾਸਾ ਜਿਹੜਾ ਆ ਉਹ ਜ਼ਰੂਰੀ ਆ। ਤੇ ਇਹ ਮੌਕੇ ਦੇ ਉੱਤੇ ਵਰਤਿਆ ਹੋਵੇ ਤਾਂ ਇਹ ਜਿੱਦਾਂ ਕਹਿੰਦੇ ਨਾ ਰਾਮਬਾਣ ਦਾ ਕੰਮ ਕਰਦਾ ਹੈ, ਵੀ ਉਸ ਹਿਸਾਬ ਦੇ ਨਾਲ ਜਿਹੜਾ ਇਹ ਚੱਲਦਾ ਹੈ। ਸੋ ਬਹੁਤ ਜ਼ਰੂਰੀ ਆ, ਬੰਦੇ ਨੂੰ ਰਿਲੈਕਸ ਕਰਦਾ ਹੈ, ਰੀਚਾਰਜ ਕਰਦਾ, ਮੈਂਟਲ ਬ੍ਰੇਕ ਜਿਹੜੀ ਉਹ ਉਹਦੇ ਨਾਲ ਮਿਲਦੀ ਹੈ। ਤੇ ਅੱਜ ਦੇ ਯੁੱਗ ਦੇ ਵਿੱਚ ਤਾਂ ਮੈਂਟਲ ਬ੍ਰੇਕ ਦੀ ਬਹੁਤ ਜ਼ਿਆਦਾ ਸਾਰਿਆਂ ਨੂੰ ਜਿਹੜੀ ਆ ਬਹੁਤ ਜ਼ਿਆਦਾ ਜਿਹੜੀ ਉਹ ਜ਼ਰੂਰਤ ਹੈਗੀ ਆ। ਅਸਲ ਦੇ ਵਿੱਚ ਜਿਹੜਾ ਆਪਾਂ ਰੇਡੀਓ ਦੀ ਗੱਲ ਕੀਤੀ ਸੀ, ਉਹਦੇ ਵਿੱਚ ਇਹ ਹੈ ਕਿ ਜਿਹੜਾ ਰੇਡੀਓ ਹੈ ਜਾਂ ਕੋਈ ਵੀ ਮੀਡੀਆ ਦਾ ਆਪਾਂ ਕਹਿ ਲਈਏ ਪਲੇਟਫਾਰਮ ਆ, ਉਹਦੇ ਵਿੱਚ ਇਹ ਹੈ ਕਿ ਜਾਣਕਾਰੀਆਂ ਤੁਹਾਨੂੰ ਲਗਾਤਾਰ ਸਾਂਝੀਆਂ ਕਰਨੀਆਂ ਪੈਂਦੀਆਂ। ਸੋ ਜਿਹੜੀਆਂ ਖਬਰਾਂ ਦੀਆਂ ਜਾਣਕਾਰੀਆਂ ਬੜੀਆਂ ਸੀਰੀਅਸ ਤੇ ਗੰਭੀਰ ਕਿਸਮ ਦੀਆਂ ਚੀਜ਼ਾਂ ਹਨਾ, ਜਦੋਂ ਆਪਾਂ ਮਸਲੇ ਨੂੰ ਵਿਚਾਰਦੇ ਹਾਂ ਤਾਂ ਜ਼ਾਹਰ ਜੀ ਗੱਲ ਹੈ ਕਿ ਆਪਾਂ ਉਦੋਂ ਗੰਭੀਰ ਅਵਸਥਾ ਮਨੋਂ ਹੀ ਆਪਣੇ ਆਪ ਹੀ ਮਤਲਬ ਗੰਭੀਰ ਅਵਸਥਾ ਦੇ ਵਿੱਚ ਹੋ ਜਾਂਦੇ, ਸੀਰੀਅਸਨੈਸ ਤੁਹਾਡੇ 'ਚ ਆ ਜਾਂਦੀ ਹੈ, ਕਈ ਵਾਰੀ ਮੁੱਦੇ ਨੂੰ ਵੇਖ ਕੇ ਆ ਜਾਂਦੀ ਹੈ। ਪਰ ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਵੀ ਕੋਸ਼ਿਸ਼ ਕਰਦੇ ਹਾਂ ਕਿ ਹਰ ਰੰਗ, ਜਿਵੇਂ ਬੱਚਿਆਂ ਦੇ ਲਈ ਪ੍ਰੋਗਰਾਮ ਹੈ, ਵੱਡਿਆਂ ਦੇ ਲਈ ਜਾਂ ਸਾਰਿਆਂ ਦੇ ਲਈ ਆਪਾਂ ਗੁਰਬਾਣੀ ਦੇ ਪ੍ਰੋਗਰਾਮ ਹੈ ਜਾਂ ਗੀਤਾਂ ਦੇ ਪ੍ਰੋਗਰਾਮ ਹੈ, ਹਰ ਇੱਕ ਦੀ ਚੁਆਇਸ ਦਾ ਇਹ ਇਸ ਤਰ੍ਹਾਂ ਇੱਕ ਪੂਰਾ ਇੱਕ ਫੈਮਿਲੀ ਪੈਕੇਜ ਜਾਂ ਕਹਿ ਲਓ ਕਿ ਇੱਕ ਜਿਹੜੀ ਲੋੜ ਹੈ ਇੱਕ ਆਮ ਜ਼ਿੰਦਗੀ ਦੀ, ਸਧਾਰਨ ਜ਼ਿੰਦਗੀ ਦੀ, ਉਹਦੇ ਮੁਤਾਬਕ ਹਰ ਇਲਾਜ ਵੀ ਹੈ। ਹੁਣ ਜ਼ਰੂਰੀ ਤਾਂ ਨਹੀਂ ਸਾਰੇ ਲੋਕ ਤੰਦਰੁਸਤੀ ਹੈ ਭੱਜੇ ਹੀ ਫਿਰਦੇ ਆ, ਕਿਸੇ ਨੂੰ ਕੋਈ ਟੋਟਕਾ ਵੀ ਚਾਹੀਦਾ, ਕਿਸੇ ਨੂੰ ਕੋਈ ਨੁਸਖਾ ਚਾਹੀਦਾ, ਉਹ ਵੀ ਹੈ। ਸੋ ਇਸ ਕਰਕੇ ਇਹ ਹੈ ਕਿ ਹਰ ਤਰ੍ਹਾਂ ਦੇ ਨੇ, ਪਰ ਜ਼ਿਆਦਾਤਰ ਕਿਉਂਕਿ ਨਿਊਜ਼ ਦੇ ਵਿੱਚ ਆਪਾਂ ਖਬਰਾਂ ਦੇ ਵਿੱਚ ਆ, ਤਾਂ ਇਹ ਜਿਹੜਾ ਕੰਮ ਆਮ ਹੀ ਗੰਭੀਰ ਕਿਸਮ ਦਾ ਮੰਨਿਆ ਜਾਂਦਾ। ਕਈ ਵਾਰੀ ਇਹਨਾਂ ਚੀਜ਼ਾਂ ਦਾ ਆਪਣੇ ਤੇ ਵੀ ਅਸਰ ਹੋ ਜਾਂਦਾ, ਮੈਨੂੰ ਇਹ ਲੱਗਦਾ। ਹਾਂ, ਬਿਲਕੁਲ ਸਹੀ ਜਿਹੜੀ ਗੱਲ ਆ। ਤਾਂ ਹੀ ਜਿਹੜਾ ਅਸੀਂ ਟਰਾਈ ਕਰਦੇ ਰਹੀ ਨੇ ਵੀ ਹੱਸਦੇ ਵੀ ਰਹੀਏ। ਸੀਰੀਅਸ ਆ ਉਦੋਂ ਸੀਰੀਅਸ ਵਾਲਾ ਵੀ ਗੱਲ ਜਿਹੜੀ ਉਹ ਆਪਾਂ ਜ਼ਰੂਰ ਕਰਦੇ ਆ। ਦਿਮਾਗ ਦੇ ਉੱਤੇ ਇਸ ਦਾ ਬਹੁਤ ਵਧੀਆ ਪ੍ਰਭਾਵ ਜਿਹੜਾ ਉਹ ਰਹਿੰਦਾ ਆ। ਨਵੇਂ ਕਹਿੰਦੇ ਵੀ ਜਿਹੜੇ ਤੁਹਾਡੇ ਦਿਮਾਗ ਦੇ ਵਿੱਚ ਰਾਹ ਆ ਨਾ, ਇਹ ਬਣਾਉਂਦਾ ਆ ਤੁਹਾਨੂੰ ਨਵੀਆਂ ਚੀਜ਼ਾਂ ਨਵਾਂ ਦ੍ਰਿਸ਼ਟੀਕੋਣ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰਦਾ। ਡੋਪਾਮੀਨ,
ਐਂਡੋਰਫਿਨਸ, ਹਾਂਜੀ ਸੈਰੋਟੋਨਿਨ, ਜੀ ਆਕਸੀਟੋਕਿਨ ਜਿਹੜਾ ਆ, ਇਦਾਂ ਦੇ ਜਿਹੜੇ ਬਹੁਤ ਸਾਰੀਆਂ ਚੀਜ਼ਾਂ ਆ ਇਹ ਰਿਲੀਜ਼ ਕਰਦਾ ਆ, ਜਿਹੜੀਆਂ ਤੁਹਾਨੂੰ ਨਹੀਂ ਤੇ ਬਾਹਰੀ ਤੌਰ ਤੇ ਲੈਣੀਆਂ ਪੈਂਦੀਆਂ। ਜੀ 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 ਤੋ ਇਹ ਜਿਹੜੀ ਆ ਬਹੁਤ ਜ਼ਰੂਰੀ ਆ ਤੁਹਾਨੂੰ ਨਿਊਰੋਲੋਜਿਕਲੀ ਵੀ, ਦਿਮਾਗੀ ਤੌਰ ਦੇ ਉੱਤੇ ਵੀ, ਹਾਂਜੀ ਫਿਜ਼ੀਕਲੀ ਵੀ, ਤੁਹਾਡੀ ਇਮੋਸ਼ਨਸ ਦੇ ਤੌਰ ਦੇ ਉੱਤੇ ਵੀ ਇਹ ਵਧੀਆ ਆ। ਨਿਆਣੇ ਕਈ ਨੇ ਨਾ ਜਿਹੜੇ ਛੋਟੇ ਛੋਟੇ ਸੀਰੀਅਸ ਹੁੰਦੇ ਆ, ਉਹ ਕਹਿੰਦੇ ਯਾਰ ਜਲਦੀ ਮੈਚਿਓਰ ਹੋ ਗਿਆ। ਹਾਂ ਨਿਆਣਾ ਬਚਪਨਾ ਜਿਹੜਾ ਉਹ ਨਹੀਂ ਰਿਹਾ। ਬਚਪਨਾ ਆਪਾਂ ਕਿਹਦੇ ਨਾਲ ਕਰਦੇ ਆ, ਰਿਲੇਟ ਕਰਦੇ ਆ, ਜਦੋਂ ਹੱਸਦਾ ਖੇਡਦਾ, ਬੇਪਰਵਾਹੀ ਨਾਲ ਸ਼ਰਾਰਤਾਂ ਕਰਦੇ ਹੋਣ, ਉਹ ਸਾਰੀਆਂ ਚੀਜ਼ਾਂ ਹੋਣ। ਜਦੋਂ ਉਹ ਨਾ ਹੋਣ ਤਾਂ ਬੰਦਾ ਕਹਿੰਦਾ ਯਾਰ ਇਹ ਨਿਆਣਾ ਜਲਦੀ ਵੱਡਾ ਹੋ ਗਿਆ, ਜਲਦੀ ਜਿਹੜਾ ਉਹ ਸੀਰੀਅਸ ਹੋ ਗਿਆ। ਸੋ ਇਹ ਪਰ ਉਹ ਇਵੈਂਚੁਅਲੀ ਨੁਕਸਾਨਦੇਹ ਹੁੰਦਾ ਹੈ। ਸੋ ਹੱਸਦੇ ਖੇਡਦੇ ਸ਼ਰਾਰਤ ਕਰਨੀ, ਉਹ ਸਾਰੀਆਂ ਚੀਜ਼ਾਂ ਉਹ ਨਵੀਆਂ ਚੀਜ਼ਾਂ ਨੂੰ ਅਜ਼ਮਾ ਰਹੇ ਹੁੰਦੇ ਆ। ਸੋ ਆਪਣੇ ਨਿਆਣੇ ਜਦੋਂ ਤੁਹਾਡੇ ਉਹ ਏਦਾਂ ਕਰ ਰਹੇ ਹੋਣ, ਸਿੱਲੀ ਜੇ ਮੂਡ ਦੇ ਵਿੱਚ ਹੋਣ, ਆਪਣਾ ਜਿਹੜਾ ਗੁੱਸਾ ਹੈ ਉਹਨਾਂ ਤੇ ਨਾ ਝਾੜਿਆ ਕਰੋ, ਉਹ ਟਰਾਈ ਕਰਿਆ ਕਰੋ। ਹੁੰਦਾ ਨਹੀਂ ਕਈ ਵਾਰੀ ਐਵੇਂ ਤੁਹਾਨੂੰ ਕਹੀਏ ਵੀ ਸਾਰਿਆਂ ਦੇ ਨਾਲ ਵੀ ਕੰਟਰੋਲ ਕਰਨਾ ਬੜਾ ਔਖਾ ਆ, ਪਰ ਨਿਆਣੇ ਨੂੰ ਜਿਹੜੇ ਉਹ ਖੰਭ ਜਿਹੜੇ ਉਹਨਾਂ ਨੇ ਖਿਲਾਰੇ ਆ ਉਹਨਾਂ ਨਾਲ ਉੱਡ ਕੇ ਬਿਲਕੁਲ ਇੱਕ ਆਮ ਤੌਰ ਤੇ ਆਪਾਂ ਨਾ ਚੀਜ਼ ਪੜ੍ਹਦੇ ਆ ਕਿ ਦੁਨੀਆ ਮੰਡੀ ਪੈਸੇ ਦੀ, ਹਰ ਚੀਜ਼ ਵਿਕੇਂਦੀ ਭਾ ਸੱਜਣਾ, ਰੋਂਦੇ ਚਿਹਰੇ ਨਹੀਂ ਵਿਕਦੇ, ਹੱਸਣੇ ਦੀ ਆਦਤ ਪਾ ਸੱਜਣਾ। ਸੋ ਉਹ ਵਿਕਣ ਤੋਂ ਭਾਵੇਂ ਹਾਸਾ ਵੀ ਵਿਕਦਾ ਨਾ, ਹਾਸਾ ਹੀ ਵਿਕਦਾ, ਪਰ ਉਹਦੇ ਚ ਇਹ ਨਹੀਂ ਹੈ ਕਿ ਬਈ ਜੇ ਕੋਈ ਹੱਸਦਾ ਤਾਂ ਉਹ ਵਿਕਦਾ। ਅਸਲ ਦੇ ਵਿੱਚ ਉਹਦੇ ਭਾਵ ਅਰਥ ਜਿਹੜਾ ਉਹ ਇਹ ਦਿੱਤਾ ਗਿਆ ਕਿ ਰੋਂਦੇ ਨੂੰ ਪੁੱਛਦਾ ਕੋਈ ਨਹੀਂ, ਜੇ ਤੁਸੀਂ ਮੁਰਝਾਏ ਆ ਉਹ ਮਤਲਬ ਨਹੀਂ ਸਹੀ ਗੱਲ ਹਾਂ, ਉਹਨੂੰ ਪੁੱਛਦਾ ਕੋਈ ਨਹੀਂ। ਜੇ ਤੁਸੀਂ ਮੁਸਕਰਾਉਂਦੇ ਆ ਤਾਂ ਹਰ ਕੋਈ ਬੰਦਾ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਏਦਾਂ ਮਤਲਬ ਕਰਦਾ ਨਾ, ਤੁਹਾਨੂੰ ਗ੍ਰੀਟ ਕਰਦਾ। ਹਾਂ ਉਹ ਕਹਿੰਦੇ ਵੀ ਯਾਰ ਤੂੰ ਜਿੰਦਾ ਹੈ, ਹਾਂਜੀ ਸਾਹ ਲੈ ਰਿਹਾ ਹੈ, ਤੁਰਿਆ ਫਿਰਦਾ ਹੈ, ਖਾ ਪੀ ਰਿਹਾ ਹੈ, ਮੁਰਝਾਇਆ ਕਿਉਂ? ਬਿਲਕੁਲ ਹੱਸ ਖੇਡ, ਜ਼ਿੰਦਗੀ 2 ਦਿਨ ਦੀ ਆ, 4 ਦਿਨ ਦੀ ਆ। ਏਦਾਂ ਢਹਿੰਦੀ ਕਲਾ ਦੇ ਵਿੱਚ ਨਹੀਂ ਗੱਲ ਬਣਦੀ, ਇਹ ਚੜ੍ਹਦੀ ਕਲਾ ਦੇ ਨਾਲ ਸਿੱਧਾ ਹੀ ਸੁਮੇਲ ਆ। ਬਿਲਕੁਲ ਇਹ ਜਿਹੜਾ ਹਾਸਾ ਠੱਠਾ ਆ, ਇਹ ਸਿੱਧਾ ਹੀ ਚੜ੍ਹਦੀ ਕਲਾ ਦੇ ਨਾਲ ਜਿਹੜਾ ਉਹ ਸੁਮੇਲ ਆ। ਤੁਸੀਂ ਚੜ੍ਹਦੀ ਕਲਾ 'ਚ ਜਿਹੜਾ ਉਹ ਬੰਦਾ ਰਹਿੰਦਾ ਆ, ਬੰਦਾ ਹੱਸ ਕੇ ਔਕੜਾਂ ਨੂੰ ਵੀ ਜਿਹੜਾ ਉਹ ਝੱਲਦਾ ਤੇ ਉਹ ਪਾਰ ਕਰਦਾ ਆ, ਉਹਨਾਂ ਨੂੰ ਮੱਥੇ ਜਿਹੜਾ ਉਹ ਲੈਂਦਾ, ਤੇ ਉਹ ਜ਼ਰੂਰੀ ਆ। ਉਹ ਤਾਂ ਹੀ ਆ ਜੇ ਮੁਰਝਾਏ ਨਹੀਂ ਆ ਤੁਸੀਂ ਚੜ੍ਹਦੀ ਕਲਾ 'ਚ, ਤੇ ਹਾਸੇ ਜਿਹੜੇ ਉਹ ਚੜ੍ਹਦੀ ਕਲਾ ਦੇ ਪ੍ਰਤੀਕ ਮੰਨੇ ਜਾਂਦੇ। ਬਿਲਕੁਲ, ਕਿਉਂਕਿ ਜਿਹੜਾ ਕੱਲ ਬੀਤ ਗਿਆ ਉਹ ਅੱਜ ਨਹੀਂ ਹੈ, ਤੇ ਜਿਹੜਾ ਅੱਜ ਬੀਤ ਗਿਆ ਉਹਨੇ ਕੱਲ ਨੂੰ ਨਹੀਂ ਆਉਣਾ। ਇਸ ਕਰਕੇ ਜੋ 24 ਘੰਟੇ ਜਿਹੜੇ ਲੰਘ ਗਏ ਨਾ, ਕੋਸ਼ਿਸ਼ ਕਰੇਗੀ ਵੀ ਉਹਨਾਂ ਨੂੰ। ਤਾਂ ਹੀ ਤਾਂ ਹੁਣ ਦੇਖੋ ਵੀ ਨੈਟਫਲਿਕਸ ਹੋ ਗਿਆ, ਸਟ੍ਰੀਮਿੰਗ, ਕਿੰਨੇ ਕਾਮੇਡੀ ਸ਼ੋ ਚੱਲਦੇ ਆ, ਕਿੰਨੇ ਕਾਮੇਡੀ ਸਪੈਸ਼ਲ ਜਿਹੜੇ ਉਹ ਚੱਲ ਰਹੇ ਆ। ਕਾਮੇਡੀ ਕੰਟੈਂਟ ਵੇਖ ਰਿਹਾ ਸਾਰੇ ਕਿਤੇ, ਇਸੇ ਲਈ ਵੇਖ ਰਿਹਾ ਕਿਉਂਕਿ ਲੋਕਾਂ ਨੂੰ ਉਦਾਂ ਹੱਸਣਾ ਭੁੱਲ ਗਏ ਆਪਾਂ, ਤੇ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਜਿਹੜਾ ਉਹ ਹੋ ਗਿਆ, ਕਿਉਂਕਿ ਆਪਾਂ ਆਪਣੇ ਆਪ ਨੂੰ ਸੀਰੀਅਸ ਕਰ ਲਿਆ ਬਹੁਤ ਜ਼ਿਆਦਾ। ਉਹ ਭਾਈ ਇੰਨੇ ਨਾ ਸੀਰੀਅਸ ਹੋਵੋ, ਇਟਸ ਫਾਈਨ। ਆਪਣੇ ਤੋਂ ਪਹਿਲਾਂ ਵੀ ਜ਼ਿੰਦਗੀ ਚੱਲਦੀ ਸੀ, ਦੁਨੀਆ ਚੱਲਦੀ ਸੀ, ਆਪਣੇ ਨੂੰ ਮਗਰੋਂ ਵੀ ਚੱਲਦੀ ਰਹਿਣੀ ਆ। ਐਵੇਂ ਰੋ ਪਿੱਟ ਕੇ ਵੀ ਜਿਹੜਾ ਉਹ ਗੁਜ਼ਾਰਾ ਨਹੀਂ, ਜਿਹੜਾ ਉਹ 100% ਇਹ ਜਿਹੜੀ ਚੀਜ਼ ਆ। ਪਰ ਮੈਂ ਇੱਥੇ ਇਹ ਨਹੀਂ ਕਹਿੰਦਾ ਵੀ ਕੱਲ ਨੂੰ ਅਸੀਂ ਕੋਈ ਸੀਰੀਅਸ ਗੱਲ ਕਰਦੇ ਤੁਸੀਂ ਕਹੋ ਯਾਰ ਤੁਸੀਂ ਕਹਿੰਦੇ ਸੀ ਵੀ ਹੱਸੀ ਜਾਓ, ਏਦਾਂ ਨਹੀਂ। ਮੌਕੇ ਦੀ ਨਜ਼ਾਕਤ ਹੁੰਦੀ ਆ, ਕਦੋਂ ਕਿਹੜੀ ਚੀਜ਼ ਜਿਹੜੀ ਉਹ ਕਰਨੀ ਹੈ। ਜਦੋਂ ਮੌਕਾ ਹੈਗਾ ਆ ਉਦੋਂ ਤੁਹਾਨੂੰ ਜ਼ਰੂਰ ਹੱਸਣਾ ਖੇਡਣਾ ਜਿਹੜਾ ਇਹ ਚੀਜ਼ ਬਹੁਤ ਜ਼ਰੂਰੀ ਆ, ਤੇ ਉਹ ਕਰਦੇ ਰਹਿਣਾ ਚਾਹੀਦਾ ਆ। ਇਹ ਆਪਣੀ ਜ਼ਿੰਦਗੀ ਦਾ ਇਸ ਨੂੰ ਇੱਕ ਹਿੱਸਾ ਬਣਾਓ, ਅੰਗ ਬਣਾਓ ਜ਼ਿੰਦਗੀ ਦਾ, ਤਾਂ ਜੋ ਤੁਸੀਂ ਆਪਣੀ ਜ਼ਿੰਦਗੀ ਨੂੰ ਵੀ ਨਾਲ ਦੇ ਨਾਲ ਇੰਜੋਏ ਜਿਹੜਾ ਉਹ ਕਰ ਸਕੋ। ਹਾਂ ਕਈ ਵਾਰੀ ਬੰਦਾ ਸੋਚਦਾ ਯਾਰ ਇਹਨੇ ਆਹ ਕਿੱਦਾਂ ਦੀ ਗੱਲ ਕਰਤੀ, ਆਪਣੇ ਵੱਲੋਂ ਭਾਵੇਂ ਕਈ ਵਾਰੀ ਹਾਸੇ ਵਾਲੀ ਗੱਲ ਕੀਤੀ ਹੁੰਦੀ ਆ, ਤੇ ਆਬਵੀਅਸਲੀ ਜੱਜਮੈਂਟ ਹੁੰਦੀ ਆ, ਲੋਕੀ ਕਰਦੇ ਆ, ਪਰ ਇਹ ਦੇਖਣਾ ਪੈਂਦਾ ਹੁੰਦਾ ਵੀ ਤੁਸੀਂ ਕਿਹੜੀ ਗੱਲ ਕਦੋਂ ਕਿੱਥੇ ਕਰਦੀ ਹੋ। ਨਹੀਂ ਇਹ ਵੀ ਇੱਕ ਸ਼ਰਾਰਤ ਹੁੰਦੀ ਸੀ ਪਹਿਲਾਂ, ਮਤਲਬ ਹੁਣ ਪਤਾ ਨਹੀਂ ਕਰਦੇ ਆ ਕਿ ਨਹੀਂ ਕਰਦੇ। ਮੈਂ ਤਾਂ ਨਹੀਂ ਕਰਦਾ। ਸਵਾਦ ਲੈਣ ਨੂੰ ਬਹੁਤ ਦੁਨੀਆ ਕਰਦੀ ਆ। ਸ਼ਰਾਰਤ ਇਹ ਹੁੰਦੀ ਸੀ ਵੀ ਜੇ ਕਿਸੇ ਨੇ ਕਹਿਣਾ ਵੀ ਮੈਂ ਸੁਣਾਉਣਾ ਹੱਸਣ ਵਾਲੀ ਗੱਲ ਹੈ ਨਾ, ਤੇ ਉਹ ਜਾਣ ਕੇ ਹਾਸਾ ਰੋਕ ਕੇ ਸੀਰੀਅਸ ਰਹਿਣਾ ਵੀ ਅੱਛਾ ਬਾਅਦ ਚ ਉਹਨੂੰ ਕਹਿਣਾ ਯਾਰ ਹੱਸਣ ਵਾਲਾ ਸੀ। ਹੁਣ ਉਹ ਬੰਦੇ ਨੇ 75 ਜਾਣਾ ਵੀ ਯਾਰ, ਮਤਲਬ ਹੈਰਾਨ ਹੋ ਜਾਣਾ ਵੀ ਯਾਰ ਮੈਂ ਤਾਂ ਆਪਦੀ ਜਿਹਨਾਂ ਜ਼ੋਰ ਲਾਦਾ ਪੂਰਾ ਹਨਾ। ਸੋ ਇਹ ਆਪਣੇ ਚੰਗੀ ਗੱਲ ਹੈ ਕਿ ਆਪਾਂ ਇਕੱਠੇ ਬਾਤਾਂ ਸੁਣਦੇ ਰਹੇ ਆ ਆਪਣੇ ਦਾਦੇ ਦਾਦੀਆਂ ਤੋਂ ਰਾਤ ਨੂੰ, ਇਕੱਠੇ ਹੱਸਦੇ ਰਹੇ ਆ। ਸੋ ਆਪਾਂ ਇੱਕ ਉਹ ਜੇ ਮਾਹੌਲ, ਉਹ ਜੇ ਸਮਾਜ ਦੇ ਵਿੱਚ ਪਲੇ ਆ ਵੀ ਜਿਹੜਾ ਬੜਾ ਤੰਦਰੁਸਤ ਮਾਹੌਲ, ਇੱਕ ਬੱਚੇ ਦੇ ਖੁੱਲਾ ਮਾਹੌਲ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਨਾਲ ਜਿਹੜੀਆਂ ਪ੍ਰਵੀਨ ਜੀ ਜੁੜਦੀਆਂ, ਤੇ ਚੰਗੀ ਗੱਲ ਆ, ਤੇ ਇਦਾਂ ਹੀ ਜਿਹੜੀਆਂ ਚੱਲਦੀਆਂ ਰਹਿਣੀਆਂ ਚਾਹੀਦੀਆਂ। ਜੀ ਸਮੇਂ ਦੀ ਹੋ ਗਈ ਹੈ ਜੀ ਹੁਣ ਸਮਾਪਤੀ, ਤੇ ਲਵਾਂਗੇ ਆਪਾਂ ਹੁਣ ਇਜਾਜ਼ਤ। ਮਿਲਦੇ ਆ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਅਗਲੀ ਵਾਰ ਇੱਕ ਜਾਂਦੇ ਕਾਲਰ ਲੈ ਲਈਏ। ਮਿੱਠੂ ਜੀ ਆਏ ਨੇ, ਲਾਈਨ ਡ੍ਰੌਪ ਹੋ ਗਈ ਜੀ। ਕੋਈ ਗੱਲ ਨਹੀਂ ਮਿੱਠੂ ਜੀ, ਤੇ ਤੁਹਾਡਾ ਹਾਸਾ ਖੇਡਾ ਮੁਬਾਰਕ। ਤੇ ਬਸ ਏਦਾਂ ਹੀ ਹੱਸਦੇ ਖੇਡਦੇ ਸਾਰੇ ਜਾਣਿਆਂ ਨੇ ਰਹਿਣਾ ਆ। ਤੇ ਹੁਣ ਲੈਂਦੇ ਆ ਜੀ ਆਪਾਂ ਇਜਾਜ਼ਤ।
ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨੀ ਕੀ ਜੀ। ਸਤਿ ਸ੍ਰੀ ਅਕਾਲ। ਅਕਾਲ। ਜਿਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।